मैं मूर्ख की केतक बात है, कोट अपराधी तरियारे। गुर नानक जिन सुनिया पेखिया, से फिर गरबास ना परियारे। गुर नानक जिन सुनिया पेखिया, से फिर गरबास ना परियारे। जाओ तो प्रेम खेलन का जाओ, सिर धर तली गली मेरी आओ। इत मार्ग पैर तरीजै, सिर दीजै कान ना कीजै। गगन दमामा बाजियो, परियो निशानै घाओ। खेत जो मांडियो सूरमा, अब जूझन को दाओ। सूरा सो पहचानिए, जो लड़ै दीन के हेत। पुरजा पुरजा कट मरै, कबहू ना छाड़ै खेत। पुरजा पुरजा कट मरै, कबहू ना छाड़ै खेत। सतनाम श्री वाहिगुरु साहिब जीओ। नाम रते सिद्ध गोस होए, नाम रते सदा तप होए। नाम रते सिद्ध गोस होए, नाम रते सदा तप होए। नाम रते सत करनी सार, नाम रते गुण ज्ञान विचारो। बिन नावै बोलै सब विकार, नानक नाम रते तिन को जासार। नाम रते सिद्ध गोस होए। वाहिगुरु जी का खालसा, वाहिगुरु जी की फतेह। जाहर जहूर हाजिर हजूर, सर्ब कला भरपूर। बतत पावन भगत वत्सल अंतरजामी, दसां पातशाहियां दी जोत। धन श्री गुरु ग्रंथ साहिब जी महाराज, सतगुरां दी पावन पवित्र हजूरी अंदर गरीब नवाज साहिब जी की कृपा का सदका जगत गुरु धन धन श्री गुरु नानक देव साहिब जी महाराज, सतगुरां दे पावने अस्थान गुरुद्वारा श्री बेर साहिब जी विखे अमृत वेले दे सजे हुए सुंदर दीवान की हाजरी भर रही गुरु की साजी नवाजी हुई साध संगत जीओ। महाराज साहब जी ने कृपा की है, सत संगत का अमोलक सुभागा समा बख्शिया है। अज 6 जून का दिन है साध संगत जी, जिस दिन जालम सरकार सेंटर सरकार की भेजी हुई फौज जो श्री अकाल तख्त साहब श्री दरबार साहब के उत्ते हमला कर रही सी, श्री अकाल तख्त साहब जी नूं ढाह ढेरी कर रही सी। उस दे नाल जूझदियां होइयां जिथे अनेकां ਸਿੰਘਾਂ ने शहादत प्राप्त की। 6 जून वाले दिन अज दे दिन
ਅੱਜ ਤੋਂ 38 ਸਾਲ ਪਹਿਲਾਂ ਦਮਦਮੀ ਟਕਸਾਲ ਦੇ ਮਹਾਂਪੁਰਖ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜਰਨਲ ਸਰਦਾਰ ਸ਼ਵੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਅਤੇ ਹੋਰ ਅਨੇਕਾਂ ਸੂਰਬੀਰ ਬਹਾਦਰਾਂ ਨੇ ਜ਼ਾਲਮ ਫੌਜ ਦੇ ਨਾਲ ਜੂਝਦਿਆਂ ਹੋਇਆਂ, ਗੁਰਧਾਮਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਅੱਜ ਦੇ ਦਿਨ ਸ਼ਹਾਦਤ ਪ੍ਰਾਪਤ ਕੀਤੀ ਹੈ। ਉਸ ਦੀ ਵਿਚਾਰ ਵੀ ਆਪਾਂ ਸਾਂਝੀ ਕਰਨੀ ਹੈ, ਪਰ ਪਹਿਲਾਂ ਜੋ ਲੜੀਵਾਰ ਰੂਪ ਦੇ ਵਿੱਚ ਸਿੱਧ ਗੋਸ਼ਟ ਬਾਣੀ ਦੁਆਰਾ ਸਤਿਗੁਰੂ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਰਸਨਾ ਤੋਂ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਆ। ਸਿੱਧਾਂ ਦੇ ਸਵਾਲ, ਗੁਰੂ ਸਾਹਿਬ ਜੀ ਦੇ ਜਵਾਬ। ਇਹ ਸਿੱਧ ਗੋਸ਼ਟ ਮਹਾਨ ਪਵਿੱਤਰ ਬਾਣੀ 941 ਅੰਗ ਤੇ ਜਿਸ ਪੌੜੀ ਦਾ ਅਸੀਂ ਪਾਠ ਸਰਵਣ ਕੀਤਾ, ਇਹ 33ਵੀਂ ਪੌੜੀ ਹੈ ਇਸ ਬਾਣੀ ਦੀ। ਮਹਾਰਾਜ ਨਾਮ ਦੀ ਮਹਿਮਾ ਦੱਸਦਿਆਂ ਹੋਇਆਂ ਸਿੱਧਾਂ ਨੂੰ ਦੱਸਦੇ ਆ ਕਿ ਨਾਮ ਦੇ ਨਾਲ ਪ੍ਰੇਮ ਕਰਨ ਵਾਲੇ ਹੀ ਜੋਗ ਪਰਮੇਸ਼ਰ ਦੇ ਨਾਲ ਜੁੜਨਾ ਤੇ ਜੁੜਨ ਦੀ ਜੁਗਤੀ ਨੂੰ ਵਿਚਾਰਦੇ ਆ। ਨਾਮ ਦੇ ਨਾਲ ਪ੍ਰੇਮ ਕਰਨ ਵਾਲਿਆਂ ਦੀ ਹਉਮੈ ਜਾਂਦੀ ਹੈ। ਨਾਮ ਦੇ ਨਾਲ ਪ੍ਰੇਮ ਕਰਨ ਵਾਲੇ ਸੱਚੇ ਵਾਹਿਗੁਰੂ ਵਿੱਚ ਸਮਾਉਂਦੇ ਆ। ਨਾਮ ਨਾਲ ਪ੍ਰੇਮ ਕਰਨ ਵਾਲੇ ਮੁਕਤੀ ਦਾ ਦਰਵਾਜ਼ਾ ਪਾਉਂਦੇ ਆ। ਨਾਮ ਦੇ ਨਾਲ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਨਾਮੀ ਪਰਮੇਸ਼ਰ ਨਾਲ ਜਿਨ੍ਹਾਂ ਨੇ ਰੰਗ ਲਾਇਆ ਹੈ, ਪ੍ਰੇਮ ਕੀਤਾ ਹੈ, ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਾ ਹੈ, ਸਦਾ ਵਾਸਤੇ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਨਾਮੇ ਰਾਤੇ ਹਉਮੈ ਜਾਏ, ਨਾਮ ਰਤੇ ਸੱਚ ਰਹੇ ਸਮਾਏ, ਨਾਮ ਰਤੇ ਜੋਗ ਜੁਗਤ ਵਿਚਾਰ, ਨਾਮ ਰਤੇ ਪਾਵਹਿ ਮੋਖ ਦੁਆਰ, ਨਾਮ ਰਤੇ ਤ੍ਰਿਭਵਨ ਸੋਝੀ ਹੋਏ, ਨਾਨਕ ਨਾਮ ਰਤੇ ਸਦਾ ਸੁਖ ਹੋਏ। ਇਹ ਪਿਛੇ 32ਵੀਂ ਪੌੜੀ 'ਚ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਸੀ। ਇਸੇ ਤਰ੍ਹਾਂ ਹੀ ਅੱਗੇ 33ਵੀਂ ਪੌੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਸ਼ਰਧਾ ਭਾਵਨਾ ਸਹਿਤ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਗਤ ਗੁਰੂ ਜੀ ਦੀ ਪਵਿੱਤਰ ਰਸਨਾ ਦਾ ਉਪਦੇਸ਼ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਸਿੱਧ ਗੋਸ਼ਟ ਮਹਾਰਾਜ ਕਹਿੰਦੇ ਜੋ ਨਾਮੀ ਪਰਮੇਸ਼ਰ ਦੇ ਨਾਲ ਰੰਗੇ ਗਏ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਇਹ ਸਿੱਧੋ ਉਹਨਾਂ ਦੀ ਤੁਹਾਡੇ ਨਾਲ ਗੋਸ਼ਟ ਹੁੰਦੀ ਹੈ। ਸਿੱਧ ਗੋਸ਼ਟ ਹੋ, ਉਹ ਸਿੱਧਾਂ ਦੇ ਨਾਲ ਗਿਆਨ ਵਿਚਾਰ ਚਰਚਾ ਕਰਦੇ ਹਨ। ਸਿੱਧਾਂ ਦੇ ਨਾਲ ਉਹਨਾਂ ਦੀ ਗੋਸ਼ਟ ਹੁੰਦੀ ਹੈ ਜੋ ਨਾਮ ਦੇ ਨਾਲ ਪ੍ਰੇਮ ਕਰਦੇ। ਤੇ ਸਿੱਧ ਨਾਮ ਹੈ, ਪਰ ਸਿੱਧ ਸਰੂਪ ਜੋ ਪਰਮੇਸ਼ਰ ਹੈ, ਉਹ ਪ੍ਰਸਿੱਧ ਜੋ ਪਰਮੇਸ਼ਰ ਹੈ, ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਉਹਨਾਂ ਦੀ ਗੋਸ਼ਟੀ ਹੁੰਦੀ ਹੈ ਜੋ ਨਾਮ ਦੇ ਨਾਲ ਪ੍ਰੇਮ ਕਰਦੇ। ਉਹ ਸਾਰੇ ਸੰਸਾਰ ਦੇ ਵਿੱਚੋਂ ਸਿੱਧ ਪ੍ਰਸਿੱਧ ਹੋ ਜਾਂਦੇ ਹਨ ਜੋ ਨਾਮ ਨਾਲ ਪ੍ਰੇਮ ਕਰਦੇ। ਤੇ ਉਹਨਾਂ ਦੀ ਗੋਸ਼ਟ ਰਸਨਾ ਦੀ ਬਾਣੀ ਜਿਹੜੀ ਹੈ ਮਿੱਠੀ ਪਿਆਰੀ ਹੁੰਦੀ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਜੋ ਨਾਮ ਦੇ ਨਾਲ ਪ੍ਰੇਮ ਕਰਦੇ ਹਨ। ਨਾਮ ਤੇ ਸਦਾ ਤਪ ਹੋਏ। ਹੇ ਸਿੱਧੋ, ਜੋ ਨਾਮੀ ਪਰਮੇਸ਼ਰ ਦੇ ਨਾਮ ਦੇ ਨਾਲ ਰੰਗੇ ਗਏ, ਨਾਮ ਨਾਲ ਰੱਤੇ ਗਏ, ਜਿਨ੍ਹਾਂ ਨੇ ਨਾਮ ਨਾਲ ਪ੍ਰੇਮ ਕੀਤਾ ਹੈ, ਉਹਨਾਂ ਦਾ ਸਦਾ ਵਾਸਤੇ ਤਪ ਹੁੰਦਾ ਹੈ। ਉਹ ਸਦਾ ਵਾਸਤੇ ਤਪ ਉਹ ਕਰਦੇ ਹਨ ਜੋ ਨਾਮ ਦੇ ਨਾਲ ਪ੍ਰੇਮ ਕਰਕੇ ਨਾਮ ਜਪਦੇ।
ਕਿਉਂਕਿ ਨਾਮ ਦੇ ਬਰਾਬਰ ਕੋਈ ਤਪ ਨਹੀਂ ਹੈ। ਨਾਮ ਜਪਣ ਦੇ ਬਰਾਬਰ ਦੁਨੀਆ ਦਾ ਹੋਰ ਕੋਈ ਸਾਧਨ ਨਹੀਂ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਢਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਸਭ ਤੋਂ ਅਮੋਲਕ ਹੈ। ਨਾਮ ਦੇ ਨਾਲ ਪ੍ਰੇਮ ਕਰਨ ਵਾਲੇ ਸਦਾ ਵਾਸਤੇ ਤਪ ਕਰਦੇ, ਉਹਨਾਂ ਦਾ ਤਪ ਸਦਾ ਵਾਸਤੇ ਹੁੰਦਾ ਹੈ। ਨਾਮ ਰਤੇ ਸਚ ਕਰਨੀ ਸਾਰ। ਇਹ ਸਿੱਧੋ ਜੋ ਨਾਮੀ ਪਰਮੇਸ਼ਰ ਦੇ ਨਾਮ ਦੇ ਨਾਲ ਰੰਗੇ ਗਏ, ਉਹ ਸੱਚ ਨਾਲ ਜੁੜ ਗਏ, ਉਹਨਾਂ ਦੀ ਸੱਚੀ ਕਰਨੀ ਹੈ, ਭਗਤੀ ਰੂਪੀ ਸੱਚੀ ਕਰਨੀ ਹੈ। ਸਾਰ ਉਹਨਾਂ ਦਾ ਸ੍ਰੇਸ਼ਟ ਜੀਵਨ ਹੋ ਜਾਂਦਾ ਹੈ। ਉਹ ਸਾਰ ਨੂੰ ਗ੍ਰਹਿਣ ਕਰਦੇ ਹਨ, ਤਤ ਸਾਰ ਨੂੰ ਗ੍ਰਹਿਣ ਕਰਦੇ। ਸੱਚੀ ਕਰਨੀ ਵਾਲੇ, ਉੱਚੇ ਆਚਰਣ ਵਾਲੇ, ਸ੍ਰੇਸ਼ਟ ਜੀਵਨ ਵਾਲੇ ਹੋ ਜਾਂਦੇ ਹਨ ਨਾਮ ਨਾਲ ਪ੍ਰੇਮ ਕਰਨ ਵਾਲੇ। ਨਾਮ ਰਤੇ ਗੁਣ ਗਿਆਨ ਵਿਚਾਰ। ਜੋ ਨਾਮ ਦੇ ਨਾਲ ਰੰਗੇ ਗਏ, ਉਹ ਗੁਣਾਂ ਦੀ ਵਿਚਾਰ ਕਰਦੇ, ਉਹ ਪ੍ਰਭੂ ਦੇ ਗਿਆਨ ਦੀ ਵਿਚਾਰ ਕਰਦੇ, ਉਹ ਗਿਆਨ ਦੇ ਦੁਆਰਾ ਆਪਣੇ ਆਤਮਿਕ ਸਰੂਪ ਦੀ ਵਿਚਾਰ ਕਰਦੇ ਹਨ ਤੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਦੇ ਹਨ। ਬਿਨ ਨਾਵੈ ਬੋਲੇ ਸਭ ਬੇਕਾਰ। ਸਤਿਗੁਰੂ ਕਹਿੰਦੇ ਸਿੱਧੋ, ਨਾਮ ਤੋਂ ਬਿਨਾਂ ਜਿਹੜਾ ਬੋਲਣਾ ਹੈ ਨਾ, ਉਹ ਸਭ ਬੇਕਾਰ, ਵਿਅਰਥ ਬੋਲਣਾ, ਬੇਕਾਰ ਹੈ, ਨਿਸਫਲ ਹੈ, ਸਾਰਾ ਨਿਕੰਮਾ ਹੈ ਬੋਲਣਾ। ਉਹ ਕਿਸੇ ਕਾਰ ਵਿੱਚ ਆਉਣ ਵਾਲਾ ਨਹੀਂ ਹੈ, ਵਿਅਰਥ ਹੈ ਉਹ ਸਾਰੀ ਬੋਲ ਬਾਣੀ ਜੋ ਨਾਮ ਤੋਂ ਬਿਨਾਂ ਬੋਲਣਾ ਹੈ। ਨਾਮ ਦਾ ਬੋਲਣਾ ਹੀ ਸਫਲਾ ਬੋਲਣਾ ਹੈ। ਨਾਮ ਦਾ ਬੋਲਣਾ ਹੀ ਬੋਲਣਾ ਲੇਖੇ ਦੇ ਵਿੱਚ ਹੈ। ਨਾਮ ਤੋਂ ਬਿਨਾਂ ਜੋ ਬੋਲਣਾ ਹੈ, ਬਿਨ ਨਾਵੈ ਬੋਲੇ ਸਭ ਬੇਕਾਰ, ਸਭ ਵਿਅਰਥ ਬੋਲਣਾ ਹੈ ਤੇ ਉਹ ਸਾਰਾ ਵਿਕਾਰਾਂ ਦੇ ਵਿੱਚ ਖਚਤ ਹੋਣ ਵਾਲਾ ਹੀ ਹੈ। ਨਾਨਕ ਨਾਮ ਰਤੇ ਤਿਨ ਕੋ ਜੈਕਾਰ। ਮਹਾਰਾਜ ਕਹਿੰਦੇ ਜੋ ਨਾਮ ਦੇ ਵਿੱਚ ਰੱਤੇ ਆ ਨਾ, ਰੰਗੇ ਗਏ ਆ, ਸਿੱਧੋ ਉਹਨਾਂ ਨੂੰ ਸਦਾ ਵਾਸਤੇ ਜੈਕਾਰ ਨਾਮ ਨਮਸਕਾਰ ਦਾ ਹੈ। ਉਹਨਾਂ ਨੂੰ ਸਦਾ ਵਾਸਤੇ ਨਮਸਕਾਰ ਹੈ। ਜੋ ਨਾਮ ਦੇ ਵਿੱਚ ਰੱਤੇ ਹਨ, ਤਿੰਨ ਕਉ ਜੈਕਾਰ। ਮਹਾਰਾਜ ਕਹਿੰਦੇ ਅਸੀਂ ਉਹਨਾਂ ਨੂੰ ਸਦਾ ਹੀ ਨਮਸਕਾਰ ਕਰਦੇ ਜੋ ਨਾਮ ਦੇ ਨਾਲ ਪ੍ਰੇਮ ਕਰਦੇ, ਜੋ ਨਾਮੀ ਪਰਮੇਸ਼ਰ ਦੇ ਨਾਲ ਰੰਗੇ ਗਏ, ਨਾਮ ਦੇ ਵਿੱਚ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਉਹਨਾਂ ਦੀ ਸਦਾ ਵਾਸਤੇ ਜੈ ਜੈਕਾਰ ਹੁੰਦੀ ਹੈ। ਜੈ ਜੈਕਾਰ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਜੁਗੋ ਜੁਗ ਉਹਨਾਂ ਦੀ ਸੋਭਾ ਹੁੰਦੀ ਹੈ। ਜਿਨ੍ਹਾਂ ਨੇ ਨਾਮ ਦੇ ਨਾਲ ਪ੍ਰੇਮ ਕੀਤਾ ਹੈ, ਉਹਨਾਂ ਦੀ ਸੋਭਾ ਨੂੰ ਕੋਈ ਮੇਟ ਨਹੀਂ ਸਕਦਾ। ਹਰੇਕ ਯੁੱਗ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਸਮਾਂ ਬੀਤ ਜਾਂਦਾ, ਯੁੱਗ ਬੀਤ ਜਾਂਦੇ, ਸਦੀਆਂ ਬੀਤ ਜਾਂਦੀਆਂ, ਪਰ ਨਾਮ ਦੇ ਵਿੱਚ ਪ੍ਰੇਮ ਕਰਨ ਵਾਲਿਆਂ ਦੀ ਜੈ ਜੈਕਾਰ ਯੁੱਗਾਂ ਤੋਂ ਬਾਅਦ ਵੀ ਹੁੰਦੀ ਰਹਿੰਦੀ ਹੈ। ਲੋਕ ਵਿੱਚ ਵੀ ਉਹਨਾਂ ਦੀ ਸੋਭਾ, ਪਰਲੋਕ ਵਿੱਚ ਵੀ ਉਹਨਾਂ ਗੁਰਮੁਖਾਂ ਦੀ ਸੋਭਾ ਜਿਨ੍ਹਾਂ ਨੇ ਨਾਮ ਦੇ ਨਾਲ ਪ੍ਰੇਮ ਕੀਤਾ। ਭਗਤ ਨਾਮਦੇਵ ਸਾਹਿਬ ਜੀ ਨੇ ਨਾਮ ਨਾਲ ਪ੍ਰੇਮ ਕੀਤਾ। ਭਗਤ ਕਬੀਰ ਸਾਹਿਬ ਜੀ ਨੇ ਨਾਮ ਨਾਲ ਪ੍ਰੇਮ ਕੀਤਾ। ਭਗਤ ਰਵਿਦਾਸ ਸਾਹਿਬ ਜੀ ਨੇ ਨਾਮ ਦੇ ਨਾਲ ਪ੍ਰੇਮ ਕੀਤਾ। ਭਗਤ ਸੈਣ ਜੀ ਨੇ ਨਾਮ ਨਾਲ ਪ੍ਰੇਮ ਕੀਤਾ। ਭਗਤ ਧੰਨਾ ਜੀ ਨੇ ਨਾਮ ਦੇ ਨਾਲ ਪ੍ਰੇਮ ਕੀਤਾ। ਕਿ ਉਹਨਾਂ ਦੀ ਸੋਭਾ ਕਿੰਨੀ ਹੋ ਰਹੀ ਹੈ ਤੇ ਸਦਾ ਵੱਧਦੀ ਜਾਣੀ ਹੈ, ਹੁੰਦੀ ਰਹਿਣੀ ਹੈ। ਪੰਜਵੇਂ ਪਾਤਸ਼ਾਹ ਦਾ ਬਚਨ ਹੈ, ਮਹੱਲਾ ਪੰਜਵਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਆਠ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ। ਰਵਿਦਾਸ ਢੋਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰਿਆ ਉਹ ਘਰ ਘਰ ਸੁਨਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ।
ਇਹ ਬਿਧ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਜਿਨ੍ਹਾਂ ਨੇ ਨਾਮ ਦੇ ਨਾਲ ਪ੍ਰੇਮ ਕੀਤਾ ਉਹਨਾਂ ਦੀ ਸੋਭਾ ਜੁਗਾਂ ਜੁਗਾਂ ਤੱਕ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਭਗਤਾਂ ਦਾ ਜ਼ਿਕਰ ਕਰਦਿਆਂ ਹੋਇਆਂ ਇਹ ਜ਼ਿਕਰ ਕੀਤਾ ਹੈ। ਭਗਤ ਰਵਿਦਾਸ ਸਾਹਿਬ ਜੀ ਭਗਤ ਭਗਤ ਜਗ ਵੱਜਿਆ ਚੌਹ ਚੱਕਾਂ ਦੇ ਵਿੱਚ ਚਮਰੇਟਾ। ਕਹਿੰਦੇ ਚੰਮ ਦਾ ਕੰਮ ਕਰਨ ਵਾਲੇ ਭਗਤ ਰਵਿਦਾਸ ਸਾਹਿਬ ਜੀ ਨਾਮ ਨਾਲ ਪ੍ਰੇਮ ਕਰਨ ਕਰਕੇ ਚੌਹਾਂ ਚੱਕਾਂ ਦੇ ਵਿੱਚ ਭਗਤ ਭਗਤ ਕਰਕੇ ਪ੍ਰਗਟ ਹੋ ਗਏ। ਭਗਤ ਭਗਤ ਜਗ ਵੱਜਿਆ ਚੌਹਾਂ ਚੱਕਾਂ ਦੇ ਵਿੱਚ ਚਮਰੇਟਾ। ਪਾਣਾ ਗੰਢੈ ਰਾਹ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ। ਮਰੇ ਪਸ਼ੂ ਢੋਇਆ ਕਰਦੇ ਸੀ, ਮਰੇ ਪਸ਼ੂ ਸਮੇਟਿਆ ਕਰਦੇ ਸੀ। ਇਹ ਉਹਨਾਂ ਦੀ ਕੁਲ ਦਾ ਕਰਮ ਸੀ। ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਕਹਿੰਦੇ ਮੈਲੇ ਜੇ ਵਸਤਰਾਂ ਦੇ ਵਿੱਚ ਰਹਿੰਦੇ ਸਨ, ਪਰ ਜਿਵੇਂ ਮੈਲੇ ਕੱਪੜਿਆਂ ਦੇ ਵਿੱਚ ਅਮੋਲਕ ਹੀਰਾ ਲਪੇਟ ਕੇ ਰੱਖ ਦਿੱਤਾ ਜਾਵੇ ਤੇ ਅਮੋਲਕ ਹੀਰੇ ਦੀ ਕੀਮਤ ਨਹੀਂ ਘਟਦੀ। ਮੈਲੇ ਕੱਪੜਿਆਂ ਵਿੱਚ ਰਹਿਣ ਕਰਕੇ ਭਗਤ ਰਵਿਦਾਸ ਸਾਹਿਬ ਜੀ ਦੀ ਸੋਭਾ ਇਸ ਤਰ੍ਹਾਂ ਹੋਈ ਜਿਨ੍ਹਾਂ ਨੇ ਨਾਮ ਨਾਲ ਪ੍ਰੇਮ ਕੀਤਾ ਹੈ। ਸਤਿਗੁਰੂ ਕਹਿੰਦੇ ਨਾਨਕ ਨਾਮ ਰਤੇ ਤਿੰਨ ਕਉ ਜੈਕਾਰ। ਜਿਹੜੇ ਨਾਮ ਵਿੱਚ ਰਤੇ ਗਏ ਨਾ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਲੋਕ ਪਰਲੋਕ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ, ਉਹਨਾਂ ਦੀ ਸੋਭਾ ਹੁੰਦੀ ਹੈ। ਉਹਨਾਂ ਨੂੰ ਕਿਹਾ ਜਾਂਦਾ ਹੈ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਉਹਨਾਂ ਨੂੰ ਕਿਹਾ ਜਾਂਦਾ ਹੈ ਨਾਮ ਰਤਿਆਂ ਨੂੰ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ ਜਨ ਕੇ ਸੰਗ ਜਿਤ ਆਵੇ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਇਹ ਨਾਮ ਰਤਿਆਂ ਦੀ ਜੈ ਜੈਕਾਰ ਹੈ। ਤੇ ਜੈਕਾਰ ਜਿੱਥੇ ਉਹਨਾਂ ਦੀ ਸੋਭਾ ਦਾ ਵਾਚਕ ਹੈ ਉੱਥੇ ਜੈਕਾਰ ਨਾਮ ਹੈ ਨਮਸਕਾਰ ਦਾ। ਨਾਮ ਵਿੱਚ ਜਿਨ੍ਹਾਂ ਨੇ ਪ੍ਰੇਮ ਕੀਤਾ, ਨਾਮ ਦੇ ਨਾਲ ਜਿਨ੍ਹਾਂ ਨੇ ਪ੍ਰੀਤ ਕੀਤੀ, ਉਹਨਾਂ ਨੂੰ ਮਹਾਰਾਜ ਕਹਿੰਦੇ ਅਸੀਂ ਨਮਸਕਾਰ ਕਰਦੇ ਹਾਂ। ਹਉ ਕੁਰਬਾਨ ਜਾਓ ਮੇਹਰਵਾਨਾ। ਹਉ ਕੁਰਬਾਨ ਜਾਓ ਹਉ ਕੁਰਬਾਨ ਜਾਓ ਮੇਹਰਵਾਨਾ। ਹਉ ਕੁਰਬਾਨ ਜਾਓ ਹਉ ਕੁਰਬਾਨ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ। ਹਉ ਕੁਰਬਾਨ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ। ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨ ਜਾਓ। ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨ ਜਾਓ। ਗਰੀਬ ਨਵਾਜ ਕਹਿੰਦੇ ਜੋ ਨਾਮ ਲੈਂਦੇ, ਜਿਹੜੇ ਨਾਮ ਨਾਲ ਪ੍ਰੇਮ ਕਰਦੇ, ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦੇ, ਉਹਨਾਂ ਨੂੰ ਨਮਸਕਾਰ ਕਰਦੇ ਹਨ। ਉਹਨਾਂ ਦੀ ਸੋਭਾ ਸਦਾ ਵਾਸਤੇ ਹੈ। ਇਹ ਨਾਮ ਦੀ ਮਹਿਮਾ ਮਹਾਰਾਜ ਸਾਹਿਬ ਜੀ ਨੇ 33ਵੀਂ ਪੌੜੀ ਦੇ ਵਿੱਚ ਗਰੀਬ ਨਵਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ। ਜੋ ਸਾਧ ਸੰਗਤ ਜੀ ਅੱਜ ਦਾ ਇਤਿਹਾਸ ਹੈ 6 ਜੂਨ ਦਾ, ਉਸ ਦੀ ਵਿਚਾਰ ਕਰਦੇ ਹਾਂ। ਪਹਿਲਾਂ ਕੁਝ ਪਿਛੋਕੜ ਦੀ ਵਿਚਾਰ ਕਰਦੇ ਹਾਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਖਾਲਸੇ ਦੀ ਸਾਜਣਾ ਕੀਤੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।
ਖਾਲਸੇ ਨੂੰ ਸੰਤ ਦੇ ਨਾਲ ਸਿਪਾਹੀ ਬਣਾਇਆ। ਸ਼ਾਸਤਰਧਾਰੀ ਦੇ ਨਾਲ ਨਾਲ ਸ਼ਸਤਰਧਾਰੀ ਬਣਾਇਆ। ਦੇਗ ਚਲਾਉਣ ਦੇ ਨਾਲ ਨਾਲ ਖਾਲਸੇ ਨੂੰ ਤੇਗ ਵਾਹੁਣ ਵਾਲਾ ਬਣਾਇਆ। ਇਸੇ ਕਰਕੇ ਅਰਦਾਸ ਦੇ ਵਿੱਚ ਆਪਾਂ ਯਾਦ ਕਰਦੇ, ਜਿਨ੍ਹਾਂ ਨੇ ਦੇਗ ਚਲਾਈ ਤੇਗ ਵਾਹੀ। ਦੇਗ ਦਾ ਅਰਥ ਹੈ ਸਾਧ ਸੰਗਤ ਜੀ ਲੰਗਰ। ਗੁਰੂ ਕਾ ਲੰਗਰ ਸਦਾ ਚੱਲਦਾ, ਇੱਥੇ ਕੋਈ ਆ ਕੇ ਛਕੇ। ਜਦੋਂ ਗੁਰੂ ਕਾ ਲੰਗਰ ਚੱਲਦਾ ਹੈ, ਭਾਵੇਂ ਗੁਰੂ ਘਰ ਨਾਲ ਕੋਈ ਵੈਰ ਵਿਰੋਧ ਰੱਖਣ ਵਾਲਾ ਵੀ ਹੈ ਨਾ, ਉਹ ਵੀ ਪੰਗਤ ਵਿੱਚ ਆ ਕੇ ਬੈਠ ਕੇ ਲੰਗਰ ਛਕ ਲੈਂਦਾ, ਉਹਨੂੰ ਉਠਾਇਆ ਨਹੀਂ ਜਾਂਦਾ। ਜਿਨ੍ਹਾਂ ਦੇਗ ਚਲਾਈ, ਗੁਰੂ ਸਾਹਿਬ ਜੀ ਦੀ ਆਗਿਆ ਨਾਲ ਦੇਗ ਵੀ ਚਲਾਈ ਤੇ ਤੇਗ ਵਾਹੀ। ਜਿਹੜਾ ਚੜ ਕੇ ਆਉਂਦਾ ਜ਼ਬਰ ਜ਼ੁਲਮ ਕਰਦਾ, ਉਹਨੂੰ ਫਿਰ ਕਲਗੀਧਰ ਪਾਤਸ਼ਾਹ ਨੇ ਆਖਿਆ ਜਾਬਰ ਤੇ ਜ਼ਾਲਮ ਨੂੰ ਸੋਧਣ ਦੇ ਵਾਸਤੇ ਤੇਗ ਵੀ ਵਾਹੁਣੀ ਹੈ ਖਾਲਸੇ ਨੇ। ਦੇਗ ਵੀ ਚਲਾਉਣੀ ਹੈ ਤੇ ਤੇਗ ਵੀ ਵਾਹੁਣੀ। ਦੇਗ ਤੇਗ ਜਗ ਮੈਂ ਦੋ ਚੱਲੈ, ਰਾਖ ਆਪ ਮੋਹਿ ਔਰ ਨਾ ਦਲੈ। ਮਹਾਰਾਜ ਜੀ ਨੇ ਖਾਲਸੇ ਨੂੰ ਸੰਤ ਤੇ ਸਿਪਾਹੀ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮਹਾਰਾਜ ਸਾਹਿਬ ਜੀ ਥਾਪ ਕੇ ਖਾਲਸੇ ਦਾ ਜਰਨੈਲ ਨੰਦੇੜ ਦੀ ਧਰਤੀ ਤੋਂ ਭੇਜਦੇ ਵੀ ਆ ਜ਼ਾਲਮਾਂ ਨੂੰ ਸੋਧਾ ਲਾਉਣਾ ਜਾ ਕੇ, ਜਿਨ੍ਹਾਂ ਨੇ ਵਧੀਕੀਆਂ ਕੀਤੀਆਂ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆ ਕਰਕੇ ਉਹਨਾਂ ਜ਼ਾਲਮਾਂ ਨੂੰ ਸੋਧਦੇ ਆ, ਖਾਲਸੇ ਨੂੰ ਨਾਲ ਲੈ ਕੇ। ਸਮਾਣੇ ਸੰਢੌਰੇ ਨੂੰ ਫਤਿਹ ਕੀਤਾ ਜਾਂਦਾ ਹੈ। ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਜਾਂਦੀ ਹੈ। ਖਾਲਸਾ ਰਾਜ ਕਾਇਮ ਕਰਦੇ ਆ। ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਰਚਨਾ ਹੁੰਦੀ ਹੈ। ਨਿਸ਼ਾਨ ਝੁਲਾਏ ਜਾਂਦੇ, ਸਾਹਿਬਜ਼ਾਦਿਆਂ ਦੇ ਸਥਾਨ ਕਾਇਮ ਕੀਤੇ ਜਾਂਦੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦੇ ਉੱਤੇ ਸਿੱਕਾ ਜਾਰੀ ਕੀਤਾ ਜਾਂਦਾ ਹੈ ਤੇ ਖਾਲਸਾ ਰਾਜ ਕਾਇਮ ਹੁੰਦਾ ਹੈ। ਖਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਬਣਦੇ। ਕੁਝ ਸਮਾਂ ਉਹਨਾਂ ਨੇ ਇਹ ਰਾਜ ਭਾਗ ਕੀਤਾ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੁੰਦੀ ਹੈ। ਉਹਨਾਂ ਨੂੰ ਦਿੱਲੀ ਲਿਜਾਇਆ ਜਾਂਦਾ ਹੈ। ਗੁਰਦਾਸਪੁਰ ਦੇ ਇਲਾਕੇ ਗੜੀ ਨੰਗਲ ਚੋਂ ਗ੍ਰਿਫਤਾਰ ਕਰਕੇ 750 ਗੱਡਾ ਸਿੱਖਾਂ ਦੇ ਸਿਰਾਂ ਦਾ ਲੱਦ ਕੇ ਖੜਿਆ ਸੀ ਉਸ ਵੇਲੇ। ਐਸਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਤੇ ਉਸ ਨੂੰ ਇਤਿਹਾਸਕਾਰਾਂ ਨੇ ਪਹਿਲਾ ਘੱਲੂਘਾਰ ਆਖਿਆ ਹੈ, ਕਿਉਂਕਿ ਅੱਜ ਜਿਹੜਾ ਇਹ 6 ਜੂਨ ਦਾ ਦਿਨ ਹੈ, ਇਹ ਜੂਨ 84 ਨੂੰ ਇਹਨੂੰ ਵੀ ਘੱਲੂਘਾਰਾ ਕਿਹਾ ਜਾਂਦਾ ਹੈ। ਪਰ ਸਭ ਤੋਂ ਪਹਿਲਾ ਘੱਲੂਘਾਰਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੋਈ ਸੀ। ਘੱਲੂਘਾਰੇ ਦਾ ਅਰਥ ਕੀ ਹੈ? ਜਿਸ ਵੇਲੇ ਵੱਡੀ ਗਿਣਤੀ ਦੇ ਵਿੱਚ ਕੌਮ ਦੀ ਤਬਾਹੀ ਹੁੰਦੀ ਹੈ, ਘੱਲੂਘਾਰੇ ਦਾ ਅਰਥ ਹੈ ਤਬਾਹੀ। ਘੱਲੂਘਾਰੇ ਦਾ ਅਰਥ ਹੈ ਸਰਵਨਾਸ਼, ਕਤਲੇਆਮ। ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ 750 ਸਿੰਘ ਗ੍ਰਿਫਤਾਰ ਕੀਤੇ ਜਾਂਦੇ ਤੇ 750 ਹੀ ਗੱਡਾ ਪੰਜਾਬ ਦੀ ਧਰਤੀ ਤੋਂ ਸਿੱਖਾਂ ਨੂੰ ਕਤਲ ਕਰਕੇ ਸਿੱਖਾਂ ਦੇ ਸਿਰਾਂ ਦਾ ਲੱਦਿਆ ਜਾਂਦਾ ਹੈ। ਉਹਦੇ ਵਿੱਚ ਬੱਚੇ ਬੱਚੀਆਂ ਦੇ ਸਿਰ ਵੀ ਸਨ। ਦਿੱਲੀ ਲਿਜਾਇਆ ਜਾਂਦਾ। ਬਾਬਾ ਜੀ ਦੇ ਨਾਲ ਦੇ ਸਾਥੀ ਸਿੰਘਾਂ ਨੂੰ ਪੁੱਛ ਕੇ ਵੀ ਜੇ ਤੁਸੀਂ ਮੁਸਲਮਾਨ ਹੋਣਾ ਪ੍ਰਵਾਨ ਕਰ ਲਓ ਤੇ ਤੁਹਾਡੀ ਜਾਨ ਬਖਸ਼ੀ ਜਾ ਸਕਦੀ, ਪਰ ਕਿਸੇ ਵੀ ਸਿੰਘ ਨੇ ਮੁਸਲਮਾਨ ਹੋਣਾ ਪ੍ਰਵਾਨ ਨਹੀਂ ਕੀਤਾ। 100 ਸਿੰਘ ਨੂੰ ਕਤਾਰ ਲਵਾ ਕੇ, ਲਾਈਨ ਲਵਾ ਕੇ ਤੇ ਕੱਲੇ ਕੱਲੇ ਨੂੰ ਸਿਰ ਧੜ ਤੋਂ ਵੱਖਰਾ ਕੀਤਾ ਗਿਆ। ਸਾਰੇ ਸਿੰਘ ਸ਼ਹੀਦ ਹੋ ਗਏ। ਬਾਬਾ ਬੰਦਾ ਸਿੰਘ ਬਹਾਦਰ ਦੇ ਛੋਟੇ ਜਿਹੇ ਪੁੱਤਰ 4 ਸਾਲ ਦੇ, ਉਹਨਾਂ ਦਾ ਦਿਲ ਕੱਢ ਕੇ, ਕਾਲਜਾ ਕੱਢ ਕੇ ਬਾਬਾ ਜੀ ਦੇ ਮੁਖ ਵਿੱਚ ਪਾਇਆ ਗਿਆ। ਔਰ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਵਿੱਚ ਤੱਤੀਆਂ ਸਲਾਈਆਂ ਫੇਰੀਆਂ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰੀਰ ਦਾ ਮਾਸ ਜਮੂਰਾਂ ਨਾਲ ਲੋਚਿਆ ਗਿਆ ਤੇ ਬਾਬਾ ਜੀ ਨੂੰ ਸ਼ਹੀਦ ਕੀਤਾ ਗਿਆ। ਖਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋਏ, ਨਾਲ ਦੇ ਸਾਥੀ ਸਿੰਘ ਸ਼ਹੀਦ ਹੋਏ। ਇਹ ਪਹਿਲਾ ਘੱਲੂਘਾਰਾ ਵਾਪਰਿਆ।
ਇਹਦੇ ਤੋਂ ਬਾਅਦ 2 ਘੱਲੂਘਾਰੇ ਹੋਰ ਵਾਪਰੇ। ਜਦੋਂ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਸਰਦਾਰਾਂ ਦੇ 12 ਜਥੇ ਬਣੇ, ਜਿਨ੍ਹਾਂ ਨੂੰ 12 ਮਿਸਲਾਂ ਕਿਹਾ ਜਾਂਦਾ ਹੈ। ਇੱਕ ਕਾਹਨੂੰਆਣ ਦੀ ਸ਼ੰਭ ਦਾ ਘੱਲੂਘਾਰਾ ਤੇ ਇੱਕ ਕੋਪਰ ਹੀੜੇ ਵਾਲਾ ਘੱਲੂਘਾਰਾ। ਕਾਹਨੂੰਆਣ ਦੀ ਸ਼ੰਭ ਦੇ ਵਿੱਚ 11,000 ਤੋਂ ਵਧੇਕ ਸਿੰਘ ਸ਼ਹੀਦ ਹੋਏ ਸੀ, ਸਿੰਘ ਸਿੰਘਣੀਆਂ ਬੱਚੇ। ਉਹਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ। ਕੋਪਰ ਹੀੜੇ ਵਾਲਾ ਘੱਲੂਘਾਰਾ ਜਿਹਦੇ ਚ 35,000 ਸਿੰਘ ਸਿੰਘਣੀਆਂ ਬਜ਼ੁਰਗ ਬੱਚੇ ਸ਼ਹੀਦ ਹੋਏ ਸੀ। ਕੋਪਰ ਹੀੜਾ ਪਿੰਡ ਪੈਂਦਾ ਮਲੇਰਕੋਟਲੇ ਦੇ ਇਲਾਕੇ ਵਿੱਚ। ਇੱਕ ਪਿੰਡ ਦਾ ਨਾਂ ਕੋਪ ਹੈ, ਦੂਜੇ ਦਾ ਨਾਂ ਰੋਹੀੜਾ ਹੈ। ਉੱਥੇ ਜੋ ਅਬਦਾਲੀ ਨੇ ਹਮਲਾ ਕੀਤਾ ਸੀ ਖਾਲਸੇ ਫੌਜ ਦੇ ਉੱਤੇ, 35,000 ਸਿੰਘ ਸ਼ਹੀਦ ਹੋਏ ਸੀ, ਤਾਂ ਉਸ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ। ਇਹ 3 ਘੱਲੂਘਾਰੇ ਪਹਿਲਾਂ ਵਾਪਰੇ। ਚੌਥਾ ਘੱਲੂਘਾਰਾ ਇਹ ਹੈ ਜੂਨ 84 ਵਾਲਾ। ਸਮੇਂ ਦੇ ਨਾਲ ਸਾਧ ਸੰਗਤ ਜੀ, ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ। 40 ਸਾਲ ਫਿਰ ਖਾਲਸੇ ਨੇ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਰੂਪ ਦੇ ਵਿੱਚ। ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਡੋਗਰਿਆਂ ਦੀ ਗਦਾਰੀ ਕਰਨ ਕਰਕੇ 1844 ਦੇ ਵਿੱਚ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਉਹਨਾਂ ਦਾ ਡੇਰਾ ਉਡਾਇਆ ਜਾਂਦਾ ਹੈ। ਤੋਪਾਂ ਭੀੜ ਕਰਕੇ ਬਾਬਾ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ। 1846 ਈਸਵੀ ਸਨ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਜੂਝਦਿਆਂ ਹੋਇਆਂ ਸਿੱਖ ਰਾਜ ਦੇ ਆਖਰੀ ਜਰਨੈਲ ਸ਼ਹੀਦ ਹੁੰਦੇ ਆ। ਉਸ ਮੌਕੇ ਦੇ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ, ਫਤਿਹਗੜ੍ਹ ਸਭਰਾਵਾਂ ਦੀ ਧਰਤੀ ਤੇ। ਉਦੋਂ ਵੀ ਡੋਗਰਿਆਂ ਨੇ ਗਦਾਰੀ ਕੀਤੀ। ਅਸਲੇ ਬਰੂਦ ਦੀ ਥਾਂ ਦੇ ਉੱਤੇ ਮਿੱਟੀ ਦੀਆਂ ਬੋਰੀਆਂ ਭਰ ਕੇ, ਸਰੋਂ ਦੀਆਂ ਬੋਰੀਆਂ ਭਰ ਕੇ ਭੇਜੀਆਂ। ਪਰ ਜਿਹੜਾ ਕੰਮ ਬਰੂਦ ਨੇ ਕਰਨਾ ਸੀ ਉਹ ਮਿੱਟੀ ਤੇ ਸਰੋਂ ਨੇ ਥੋੜਾ ਕਰਨਾ ਸੀ। ਜੋ ਦਰਿਆ ਸਤਲੁਜ ਦੇ ਉੱਤੇ ਬੇੜੀਆਂ ਦਾ ਪੁਲ ਬਣਿਆ ਸੀ, ਉਸ ਨੂੰ ਤੋੜਿਆ ਜਾਣਾ। ਤੇ ਸਿੱਖ ਸਰਦਾਰਾਂ ਨੇ ਜਿੱਤੀ ਹੋਈ ਜੰਗ ਜਿਹੜੀ ਸੀ, ਉਹ ਡੋਗਰਿਆਂ ਦੀ ਗਦਾਰੀ ਕਰਕੇ ਹਾਰੀ ਗਈ। ਸਿੱਖ ਸਰਦਾਰ ਸ਼ਹੀਦ ਹੋਏ। ਅੰਗਰੇਜ਼ਾਂ ਦਾ ਕਬਜ਼ਾ ਹੋਇਆ ਪੰਜਾਬ ਦੀ ਧਰਤੀ ਤੇ। ਉਦੋਂ ਪਹਿਲਾਂ ਇਹ ਹਿੰਦੁਸਤਾਨ ਵੱਖਰਾ ਸੀ ਤੇ ਪੰਜਾਬ ਵੱਖਰਾ ਦੇਸ਼ ਸੀ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਉੱਤੇ ਰਾਜ ਕੀਤਾ। ਤੇ ਪੰਜਾਬ ਕਿੱਡਾ ਵੱਡਾ ਸੀ ਉਸ ਮੌਕੇ ਤੇ। ਪੰਜਾਬ ਦੇ ਉੱਤੇ 100 ਸਾਲ ਅੰਗਰੇਜ਼ ਨੇ ਰਾਜ ਕੀਤਾ ਤੇ ਭਾਰਤ ਦੇ ਉੱਤੇ 200 ਸਾਲ ਰਾਜ ਕੀਤਾ। 100 ਸਾਲ ਪਹਿਲਾਂ ਦਾ ਭਾਰਤ ਉੱਤੇ ਅੰਗਰੇਜ਼ ਰਾਜ ਕਰਦਾ ਸੀ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਜਦੋਂ 1846 ਈਸਵੀ ਵਿੱਚ ਸ਼ਹੀਦ ਹੁੰਦੇ ਆ, ਫਿਰ ਅੰਗਰੇਜ਼ਾਂ ਦਾ ਕਬਜ਼ਾ ਪੰਜਾਬ ਦੀ ਧਰਤੀ ਤੇ ਹੁੰਦਾ। ਫਿਰ 100 ਸਾਲ ਪੰਜਾਬ ਦੇ ਉੱਤੇ ਅੰਗਰੇਜ਼ਾਂ ਨੇ ਰਾਜ ਕੀਤਾ। ਫਿਰ ਸਿੱਖ ਸਰਦਾਰਾਂ ਨੇ ਕੁਰਬਾਨੀਆਂ ਕੀਤੀਆਂ ਤੇ ਫਿਰ ਕੁਰਬਾਨੀਆਂ ਕਰਨ ਤੋਂ ਬਾਅਦ ਜਦੋਂ ਗਦਰੀ ਬਾਬਿਆਂ ਨੇ ਕੁਰਬਾਨੀਆਂ ਕੀਤੀਆਂ, ਫਿਰ ਅੰਗਰੇਜ਼ ਜਾਣ ਲੱਗੇ 1947 ਦੇ ਵਿੱਚ। 1846 ਵਿੱਚ ਪੰਜਾਬ 'ਚ ਆਏ, 1947 ਵਿੱਚ ਜਾਣ ਲੱਗਦੇ ਆ। ਤੇ ਉਹ ਦੋਨਾਂ ਕੌਮਾਂ ਨੂੰ, ਉਸ ਵੇਲੇ ਮੁਸਲਮਾਨਾਂ ਨੂੰ ਵੀ, ਹਿੰਦੂਆਂ ਨੂੰ ਵੀ ਤੇ ਤੀਸਰੇ ਸਿੱਖਾਂ ਨੂੰ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਆਪੋ ਆਪਣਾ ਜਿਹੜਾ ਇਲਾਕਾ ਉਹ ਲੈ ਲਵੋ। ਮੁਸਲਮਾਨਾਂ ਨੇ ਆਖਿਆ ਅੰਗਰੇਜ਼ਾਂ ਨੂੰ ਵੀ ਅਸੀਂ ਤਾਂ ਇਹਨਾਂ ਹਿੰਦੂਆਂ ਦੇ ਨਾਲ ਨਹੀਂ ਰਹਿਣਾ, ਸਾਨੂੰ ਤੇ ਸਾਡਾ ਵੱਖਰਾ ਇਲਾਕਾ ਦਿੱਤਾ ਜਾਵੇ। ਉਹਨਾਂ ਨੇ ਪਾਕਿਸਤਾਨ ਲੈ ਲਿਆ। ਤੇ ਜਿਹੜੇ ਉਸ ਮੌਕੇ ਦੇ ਉੱਤੇ ਸਿੱਖ ਸਰਦਾਰ ਸੀ, ਸਿੱਖ ਆਗੂ ਸੀ, ਬਲਦੇਵ ਸਿੰਘ ਮਾਨ ਵਰਗੇ ਤੇ ਹੋਰ, ਉਹਨਾਂ ਨੂੰ ਫਿਰ ਇਹ ਹਿੰਦੂ ਲੀਡਰ ਜਿਹੜੇ ਸਨ ਉਹਨਾਂ ਨੇ ਆਪਣੇ ਨਾਲ ਜੋੜ ਲਿਆ। ਨਹਿਰੂ ਵਰਗਿਆਂ ਨੇ, ਗਾਂਧੀ ਵਰਗਿਆਂ ਨੇ, ਉਹਨਾਂ ਨੇ ਕਹਿ ਦਿੱਤਾ ਵੀ ਸਿੱਖ ਸਰਦਾਰੋ ਆਪਣਾ ਤੇ ਰਿਸ਼ਤਾ ਹੀ ਬੜਾ ਗੂੜਾ ਵਾ,
ਆਪਣਾ ਤੇ 9 ਮਾਸ ਵਾਲਾ ਰਿਸ਼ਤਾ ਵਾ। ਇਸ ਕਰਕੇ ਤੁਸੀਂ ਆਪਣਾ ਵੱਖਰਾ ਇਲਾਕਾ ਨਾ ਲਓ। ਹਾਲੇ ਕਿ ਕਹਿੰਦੇ ਵੀ ਅੰਗਰੇਜ਼ ਕਹਿ ਰਹੇ ਸੀ ਕਿ ਸਿੱਖੋ ਤੁਹਾਡਾ ਵੱਖਰਾ ਪੰਜਾਬ ਹੈ, ਜਦੋਂ ਅਸੀਂ ਆਏ ਆ ਤੇ ਤੁਹਾਡਾ ਰਾਜ ਵੱਖਰਾ ਸੀ, ਪੰਜਾਬ ਵੱਖਰਾ, ਤੇ ਤੁਸੀਂ ਆਪਣਾ ਪੰਜਾਬ ਲੈ ਲਓ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾਂ ਰਾਜ ਕੀਤਾ 40 ਸਾਲ ਇੱਥੇ ਪੰਜਾਬ ਦੀ ਧਰਤੀ ਤੇ। ਹਿੰਦੁਸਤਾਨ ਤੇ ਤਾਂ 100 ਸਾਲ ਪਹਿਲੋਂ ਆ ਗਏ ਸੀ ਅੰਗਰੇਜ਼, ਪੰਜਾਬ ਦੇ ਵਿੱਚ ਬਾਅਦ ਵਿੱਚ ਆਏ ਆ 100 ਸਾਲ। ਜਾਣ ਲੱਗੇ ਉਹ ਕਹਿੰਦੇ ਸੀ ਵੀ ਸਿੱਖੋ ਆਪਣਾ ਪੰਜਾਬ ਤੁਸੀਂ ਵਾਪਸ ਲੈ ਲਓ, ਤੇ ਹਿੰਦੂ ਲੀਡਰਾਂ ਨੇ ਆਖਿਆ ਵੀ ਨਹੀਂ ਸਿੱਖ ਭਰਾਵੋ, ਤੁਸੀਂ ਤੇ ਸਾਡੇ ਭਰਾ ਜੇ, ਤੁਸੀਂ ਬੜੇ ਬਹਾਦਰ ਹੋ, ਤੁਹਾਡੀਆਂ ਕੁਰਬਾਨੀਆਂ ਬੜੀਆਂ, ਇਸ ਕਰਕੇ ਤੁਸੀਂ ਸਾਡੇ ਨਾਲ ਹੀ ਰਹੋ, ਆਪਾਂ ਇਕੱਠੇ ਹੀ ਰਹੀਏ। ਤੇ ਨਾਲ ਆਪਣੇ ਨਾਲ ਰੱਖ ਲਿਆ। ਪਰ ਫਿਰ 17 ਮੱਤਾਂ ਦੇ ਉੱਤੇ ਸਮਝੌਤਾ ਹੋਇਆ ਨਹਿਰੂ ਦੇ ਨਾਲ, 17 ਮੱਤਾਂ ਦੇ ਉੱਤੇ, 17 ਸ਼ਰਤਾਂ ਦੇ ਉੱਤੇ। ਜਿਸ ਵੇਲੇ ਫਿਰ ਹਿੰਦੁਸਤਾਨ ਤੇ ਪਾਕਿਸਤਾਨ ਇਹ ਵੰਡ ਹੋ ਗਈ ਤੇ ਇਹ ਹਿੰਦੂਆਂ ਦਾ ਰਾਜ ਹੋ ਗਿਆ, ਫਿਰ ਬਲਦੇਵ ਸਿੰਘ ਮਾਨ ਵਰਗੇ ਗਏ ਵੀ ਜਿਹੜੇ 17 ਮੱਤਾਂ 17 ਸ਼ਰਤਾਂ ਜਿਹੜੀਆਂ ਸਾਡੀਆਂ ਤੁਸੀਂ ਮੰਨੀਆਂ ਉਹ ਸਾਨੂੰ ਦਿਓ। ਉਹ ਕਹਿਣ ਲੱਗੇ ਉਦੋਂ ਗੱਲ ਹੋਰ ਸੀ, ਹੁਣ ਹੋਰ ਵਾ। ਉਦੋਂ ਅਸੀਂ ਗੁਲਾਮ ਸਾਂ, ਹੁਣ ਅਸੀਂ ਆਜ਼ਾਦ ਵਾਂ, ਹੁਣ ਤੁਹਾਨੂੰ ਕੁਝ ਨਹੀਂ ਦਿੱਤਾ ਜਾ ਸਕਦਾ। ਤੇ ਦੂਸਰੀ ਗੱਲ ਉਹਨਾਂ ਨੇ ਇਹ ਕਹਿ ਦਿੱਤੀ, ਇਹ ਲਿਖ ਦਿੱਤਾ ਸਾਧ ਸੰਗਤ ਜੀ, ਲਿਖ ਕੇ ਇਲਜ਼ਾਮ ਲਾਇਆ ਗਿਆ ਸਿੱਖਾਂ ਦੇ ਉੱਤੇ, ਸਿੱਖ ਕੌਮ ਦੇ ਉੱਤੇ, ਕਿ ਇਹ ਦੰਗੇ ਫਸਾਦ ਕਰਨ ਵਾਲੀ ਕੌਮ ਆ, ਜਿਹਨੂੰ ਕਹਿੰਦੇ ਆ ਵੀ ਇਸੇ ਤਰ੍ਹਾਂ ਉਹ ਅੰਗਰੇਜ਼ੀ ਦਾ ਅੱਖਰ ਵਰਤਿਆ ਜਾਂਦਾ ਜਰਾਇਮ ਪੇਸ਼ਾ ਕੌਮ, ਵੀ ਇਹ ਦੰਗੇ ਫਸਾਦ ਕਰਨ ਵਾਲੀ, ਇਹ ਲੜਨ ਵਾਲੀ ਕੌਮ, ਇਹਨਾਂ ਦਾ ਧਿਆਨ ਰੱਖਿਆ ਜਾਵੇ। ਸਮਾਂ ਲੰਘਿਆ, ਹਿੰਦੁਸਤਾਨ ਆਜ਼ਾਦ ਹੋ ਗਿਆ, ਪਰ ਸਿੱਖ ਕੌਮ ਗੁਲਾਮ ਹੋ ਗਈ, ਜਿਹੜੀ ਕਦੀ ਪੰਜਾਬ ਦੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ ਆਪਣਾ ਵੱਖਰਾ ਰਾਜ ਭਾਗ ਕਾਇਮ ਕਰਦੀ ਸੀ, ਜਿਨ੍ਹਾਂ ਆਪਣਾ ਕਿੱਡਾ ਵੱਡਾ ਰਾਜ ਕੀਤਾ, ਜਿਸ ਰਾਜ ਦੇ ਵਿੱਚ ਆ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚੋਂ ਵੀ ਆ ਕੇ ਗੋਰੇ ਵੀ ਨੌਕਰੀ ਕਰਿਆ ਕਰਦੇ ਸੀ ਸਿੱਖਾਂ ਦੀ। ਜਦੋਂ ਗੁਲਾਮ ਹੋਏ ਫਿਰ ਸਮਾਂ ਬੀਤਿਆ ਤੇ ਫਿਰ ਵੱਖ-ਵੱਖ ਜਿਹੜੇ ਸੂਬੇ ਜਿਹੜੀ ਬੋਲੀ ਬੋਲਦੇ ਸੀ ਉਹਨਾਂ ਨੇ ਆਪਣਾ ਆਪਣਾ ਸੂਬਾ ਲਿਆ। ਤਾਮਿਲ ਬੋਲਣ ਵਾਲਿਆਂ ਨੇ ਤਾਮਿਲਨਾਡੂ, ਉੜੀਆ ਬੋਲਣ ਵਾਲਿਆਂ ਨੇ ਉੜੀਸਾ ਆਪਣਾ ਵੱਖਰਾ ਲਿਆ, ਗੁਜਰਾਤੀ ਬੋਲਣ ਵਾਲਿਆਂ ਦਾ ਗੁਜਰਾਤ, ਇਸੇ ਤਰ੍ਹਾਂ ਸਾਰਿਆਂ ਨੇ ਵੱਖਰਾ ਵੱਖਰਾ। ਉਦੋਂ ਸਿੱਖ ਸਰਦਾਰਾਂ ਨੇ ਵੀ ਆਖਿਆ ਵੀ ਫਿਰ ਸਾਡਾ ਜਿਹੜਾ ਅਸੀਂ ਪੰਜਾਬੀ ਬੋਲਣ ਵਾਲੇ, ਸਾਡਾ ਪੰਜਾਬੀ ਸੂਬਾ ਸਾਨੂੰ ਦਿੱਤਾ ਜਾਵੇ। ਉਹਦੇ ਵਾਸਤੇ ਫਿਰ ਸਿੱਖ ਸਰਦਾਰਾਂ ਨੂੰ ਮੋਰਚੇ ਲਾਉਣੇ ਪਏ ਹਿੰਦੁਸਤਾਨ ਦੀ ਸੈਂਟਰ ਸਰਕਾਰ ਦੇ ਨਾਲ, ਫਿਰ ਮੋਰਚੇ ਲਾਉਣੇ ਪਏ ਸਾਡੇ ਬਜ਼ੁਰਗਾਂ ਨੂੰ, ਸਾਡੇ ਵੱਡੇ ਵਡੇਰਿਆਂ ਨੂੰ, ਕਿ ਸਾਨੂੰ ਪੰਜਾਬੀ ਸੂਬਾ ਦਿੱਤਾ ਜਾਵੇ। ਫਿਰ ਜੇਲਾਂ ਭਰਨੀਆਂ ਪਈਆਂ, ਮੋਰਚੇ ਲਾਉਣੇ ਪਏ, ਤੇ ਪੰਜਾਬੀ ਸੂਬੇ ਦੀ ਥਾਂ ਤੇ ਫਿਰ ਪੰਜਾਬ ਦੇ ਟੋਟੇ ਕਰਕੇ ਇਹਦੇ ਚੋਂ ਹਰਿਆਣਾ ਤੇ ਹਿਮਾਚਲ, ਚੰਡੀਗੜ੍ਹ ਬਾਹਰ ਕੱਢ ਕੇ ਫਿਰ ਨਿੱਕਾ ਜਿਹਾ ਸੂਬੇ ਦੀ ਥਾਂ ਤੇ ਸੂਬੀ ਬਣਾ ਕੇ ਦਿੱਤੀ, ਨਿੱਕਾ ਜਿਹਾ ਪੰਜਾਬ ਫਿਰ ਦਿੱਤਾ। ਉਸ ਤੋਂ ਬਾਅਦ ਫਿਰ ਇਹ ਸੈਂਟਰ ਸਰਕਾਰ ਨੇ ਸਿੱਖਾਂ ਦੇ ਉੱਤੇ ਅਨੇਕ ਪ੍ਰਕਾਰ ਦੇ ਨਾਲ ਵਧੀਕੀਆਂ ਕੀਤੀਆਂ, ਤੇ ਸਾਰੇ ਕੁਝ ਦਾ ਜਿਹੜਾ ਨਿਚੋੜ ਹੈ ਨਾ ਸਾਧ ਸੰਗਤ ਜੀ, ਇਹ ਸਾਰੇ ਕੁਝ ਦਾ ਇਹ ਮੁੱਢ ਵਾ ਵੀ ਇਹ ਅਟੈਕ ਕਿਉਂ ਹੋਇਆ, ਇਹ ਅਕਾਲ ਤਖਤ ਸਾਹਿਬ ਕਿਉਂ ਢਾਇਆ ਗਿਆ, ਦਰਬਾਰ ਸਾਹਿਬ ਕਿਉਂ ਢਾਇਆ ਗਿਆ, ਕਿਉਂ ਟੈਂਕ ਤੇ ਤੋਪਾਂ ਚੜਾ ਕਰਕੇ ਤੇ 2 ਲੱਖ ਜਿਹੜੀ ਫੌਜ ਹੈ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹਮਲਾ ਦਰਬਾਰ ਸਾਹਿਬ ਤੇ ਕਰਦੀ ਹੈ, 6 ਲੱਖ ਫੌਜ ਆਰਮੀ ਸਾਰੇ ਪੰਜਾਬ ਤੇ ਚੜ੍ਹ ਕੇ ਆਉਂਦੀ ਹੈ। ਸਾਰੇ ਕੋਈ ਦਾ ਨਿਚੋੜ ਇਹ ਹੀ ਹੈ ਵੀ ਗੁਲਾਮੀ, ਸਿੱਖ ਕੌਮ ਗੁਲਾਮ ਹੋਏ ਤੇ ਗੁਲਾਮੀ ਦੀ ਨਿਸ਼ਾਨੀ ਇਹ ਕੁਝ ਹੋਈ। ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਹਰ ਰੋਜ਼ ਦੇ ਦੀਵਾਨ ਦੇ ਵਿੱਚ, ਹਰ ਰੋਜ਼ ਦੀ ਆਪਣੀ ਵਿਚਾਰ ਦੇ ਵਿੱਚ, ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਉਹਨਾਂ ਨੇ ਗੁਲਾਮੀ ਦੀ ਕੱਲੀ ਕੱਲੀ ਨਿਸ਼ਾਨੀ ਜਿਹੜੀ ਉਹ ਬੋਲ ਕੇ ਦੱਸੀ। ਉਹਨਾਂ ਦਾ ਪ੍ਰਚਾਰ ਸੁਣ ਕੇ ਵੇਖ ਲਈਏ ਵੀ ਕਿਹੜੀ ਕਿਹੜੀ ਗੱਲ ਤੇ ਅਸੀਂ ਗੁਲਾਮ ਹਾਂ, ਕੀ ਕੀ ਸਾਡੇ ਨਾਲ ਵਧੀਕੀਆਂ ਕੀਤੀਆਂ ਗਈਆਂ। ਤੇ ਜਿਹੜਾ ਇਹ ਅਟੈਕ ਕੀਤਾ ਗਿਆ
ये भी सब तो वड्डी गुलामी की निशानी है। ते अज तक असी गुलाम ही हाँ। जो धरने लाए जाते, जो प्रदर्शन किए जाते, कदी किसानी बचाउण वास्ते, कदी जवानी बचाउण वास्ते, कदी फसलां बचाउण वास्ते, कदी नस्लां बचाउण वास्ते, ये सारा कुछ दा जिहड़ा निचोड़ वो यही आ भी असी गुलाम हाँ। तुसीं गुलाम हो तो जो मर्जी नारे लाई जाओ, जो मर्जी सड़कों ते बैठे धरने लाई जाओ, मर्जी अगले दी कोई दवे, मर्जी अगले दी ना दवे, जो मर्जी तुसीं करी जाओ, भुखे रहो, प्यासे रहो, मर जाओ, सड़कों ते बैठे रहो। सब कुछ दा निचोड़ गुलामी है कि असी गुलाम हाँ। तां फिर समय दे नाल ये सेंटर सरकार ने सिखां नूं कौम दे उत्ते हमला समय समय ते कीता। और उन्हां दिनां दे विच जदों श्रीमान संत ਗਿਆਨੀ करतार सिंह जी खालसा भिंडरां वाले महापुरख प्रचार प्रसार करते सी ते उदों सेंटर ने एक देहधारी पखंडी पंजाब की धरती ते भेजिया जिस नूं निरंकारिया कहा जाता सी। वो अपने आप नूं गुरु नानक साहब का अवतार कहाउंदा सी। वो कहंदा सी कि गुरु गोबिंद सिंह ने 5 प्यारे साजे आ ते कहंदा सी भी गुरबचन सिंह 7 सितारे साजेगा। उन्हें अपने 7 सितारे बनाए। फिर गुरु ग्रंथ साहिब जी की बेअदबी करता सी, गुरु ग्रंथ साहिब जी के विरोध में बोलता सी, गुरु ग्रंथ साहिब जी का प्रकाश नीवा ते वो कहंदे उच्चा अपना आसन ला के बहिंदा सी। गुरबचन सिंह निरंकारिया जिसनों सिंह गुरबचना नरकधारिया कहंदे, नरकधारिया, उन्होंने सेंटर सरकार ने थाप के भेजिया। क्योंकि जिन्ने पखंडी आउंदे आ पंजाब की धरती ते अपने डेरे बनाउंदे आ, वो अपने आप नहीं उन्हां दे डेरे बनते, सरकारां दी सह दे नाल बनते, सरकारां ही सब कुछ कराउंदियां। तो इस तरीके दे नाल उन्हें आके पंजाब की धरती ते कूड़ प्रचार किया। उहदे प्रचार नूं रोकण वास्ते श्रीमान संत ਗਿਆਨੀ करतार सिंह जी खालसा भिंडरां वाले महापुरखां ने डट के प्रचार किया। उन्हां दिनां दे विच एमरजेंसी भी लाई गई कि 4 सिख इकट्ठे नहीं खलो सकते, किते प्रचार नहीं कर सकते। दमदमी टकसाल दे 13वें महापुरख संत करतार सिंह जी ने 37 नगर कीर्तन कढ़े। उन्हां दिनां दे विच नगर कीर्तन नूं जलूस कहिंदे हुंदे सी। अजकल आपां नगर कीर्तन कहने, उदों जलूस कहिंदे सन। बाबा जी दे पवित्र जीवन दे विच जलूस ही लिखिया कि संतां ने 37 जलूस कढ़े। 100-100 किलोमीटर की लंबाई तक एक नगर कीर्तन हुंदा सी। चबारियां ते खलो खलो के प्रचार किया। ये देहधारी दंभ नूं ठल पाई संतां दे प्रचार ने। वो एक नारा लवाया करते सी उन्हां दिनां दे विच ही। ये 75 दे विच 1975 दे विच 300 साला शहीदी दिहाड़ा सी नामे पातशाह महाराज का। ते संत ਗਿਆਨੀ करतार सिंह जी खालसा भिंडरां वाले महापुरखां ने फिर प्रचार करदियां होइयां नगर कीर्तन कढ़दियां होइयां जिस वेले संगतां तो नारा लवाउणा ते ये बचन कहने, सिर जावे तां जावे मेरा सिੱਖੀ सिदक ना जावे। संतां दा समय दे नाल एक्सीडेंट होना, सचखंड पियाना हो जाना, बाद विच दस्तारबंदी संत ਗਿਆਨੀ जरनैल सिंह जी खालसा भिंडरां वालियां नूं होनी दमदमी टकसाल दी। उन्होंने प्रचार प्रसार करना ते 78 दे विच उसे नरकधारीए ने गुरबचने ने श्री अमृतसर साहिब दे विच अपने कूड़ प्रचार करने वास्ते विसाखी वाला दिन चुनना। सेंटर की सरकार की सह नाल ते उस मौके ते पंजाब की सरकार की सह दे नाल उन्हें गुरु ग्रंथ साहिब जी की बेअदबी करने वास्ते, सिखां दे हिरदे वलुंदर वास्ते, जिथे सिखां दा केंद्रीय स्थान दरबार साहिब है, वो शहर चुनिया अपना कूड़ प्रचार करने वास्ते। विसाखी वाला दिन चुनिया भी जिस दिन गुरु गोबिंद सिंह ने अमृत तैयार किया, 5 प्यारे साजे आ ते मेरे कहंदा 7 सितारे आ, मैं गुरु गोबिंद सिंह तो भी वड्डा। उस मौके ते फिर संत ਗਿਆਨੀ जरनैल सिंह जी खालसा भिंडरां वाले महापुरखां ने
ਉਹਦਾ ਕੂੜ ਪ੍ਰਚਾਰ ਰੋਕਣ ਵਾਸਤੇ ਜਿੱਥੇ ਪ੍ਰਚਾਰ ਕੀਤਾ ਉੱਥੇ ਸੰਤਾਂ ਨੇ ਆਖਿਆ ਅਸੀਂ ਆਪ ਜਾਵਾਂਗੇ ਉਹਨੂੰ ਰੋਕਣ ਵਾਸਤੇ। ਉਹ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਕੇ ਕਿਵੇਂ ਆਪਣਾ ਕੂੜ ਪ੍ਰਚਾਰ ਕਰ ਸਕਦਾ। ਪਰ ਸਿੰਘਾਂ ਨੇ ਬੇਨਤੀ ਕਰਕੇ ਸੰਤਾਂ ਨੂੰ, ਮਹਾਂਪੁਰਖਾਂ ਨੂੰ ਆਖਿਆ ਕਿ ਸੰਤ ਜੀ ਅਸੀਂ ਜਾਵਾਂਗੇ, ਸਿੰਘ ਜਾਣਗੇ, ਆਪ ਜੀ ਨਹੀਂ ਜਾਓਗੇ। ਸੰਤਾਂ ਨੂੰ ਰੋਕਿਆ ਕਿ ਤੁਸੀਂ ਬਾਅਦ ਵਿੱਚ ਸਾਰਾ ਇਹ ਪ੍ਰੋਗਰਾਮ ਸੰਭਾਲਿਓ, ਅਸੀਂ ਜਾਂਦੇ ਹਾਂ। ਫਿਰ ਦਮਦਮੀ ਟਕਸਾਲ ਦੇ ਸਿੰਘ, ਅਖੰਡ ਕੀਰਤਨੀ ਜਥੇ ਦੇ ਸਿੰਘ, ਭਾਈ ਫੌਜਾ ਸਿੰਘ ਵਰਗੇ ਉਹ ਸਿੰਘ ਜਾਂਦੇ ਆ ਸ਼ਾਂਤੀ ਦੇ ਨਾਲ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਏ ਆ। ਤੇ ਨਰਕ ਧਾਰੀਏ ਦੇ ਗੁੰਡਿਆਂ ਨੇ ਸਿੰਘਾਂ ਨੂੰ ਸਿਮਰਨ ਕਰਦਿਆਂ ਹੋਇਆਂ ਜਿਹੜੇ ਆ ਕੇ ਬੇਨਤੀ ਕਰਨ ਵਾਸਤੇ ਜਾ ਰਹੇ ਸੀ, ਵੀ ਪ੍ਰੇਮ ਨਾਲ ਬੇਨਤੀ ਕਰਕੇ ਇਹਨਾਂ ਨੂੰ ਕਹਿਣਾ ਵੀ ਇੱਥੇ ਪ੍ਰਚਾਰ ਨਾ ਤੁਸੀਂ ਆਪਣਾ ਕਰੋ ਤੇ ਇੱਥੋਂ ਚੱਲਦੇ ਬਣੋ। ਪਰ ਉਹਨਾਂ ਨੇ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਜਦੋਂ ਜਾ ਰਹੇ ਸੀ ਨਾ ਤੇ ਜਾਂਦਿਆਂ ਤੇ ਗੋਲੀਆਂ ਵਰਾ ਦਿੱਤੀਆਂ ਤੇ 13 ਸਿੰਘ ਸ਼ਹੀਦ ਕਰ ਦਿੱਤੇ ਤੇ ਅਨੇਕਾਂ ਸਿੰਘ ਜ਼ਖਮੀ ਕਰ ਦਿੱਤੇ। ਉਹਨਾਂ 13 ਸਿੰਘਾਂ ਦੇ ਆਪਣੇ ਹੱਥੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਸੰਸਕਾਰ ਕੀਤਾ ਅੰਮ੍ਰਿਤਸਰ ਸਾਹਿਬ ਦੇ ਵਿੱਚ। 13 ਸਿੰਘਾਂ ਦੀ ਯਾਦਗਾਰ ਦਰਬਾਰ ਸਾਹਿਬ ਬਣਿਆ ਹੋਇਆ ਅੰਮ੍ਰਿਤਸਰ ਸਾਹਿਬ ਦੇ ਵਿੱਚ। ਇਸੇ ਤਰੀਕੇ ਦੇ ਨਾਲ ਉਸ ਤੋਂ ਮਗਰੋਂ ਹੋਰ ਜਿਹੜਾ ਕੂੜ ਪ੍ਰਚਾਰ ਕਰਨ ਵਾਲੇ ਸੀ, ਇਹਨਾਂ ਨੂੰ ਸਮੇਂ-ਸਮੇਂ ਨਾਲ ਇਹ ਗੁਰਬਚਨੇ ਨਰਕ ਧਾਰੀਏ ਨੂੰ ਵੀ, ਜਿਸ ਨੂੰ ਮੌਕੇ ਦੀ ਸਰਕਾਰ ਨੇ ਆਪਣੀ ਗੱਡੀ ਵਿੱਚ ਬਿਠਾ ਕਰਕੇ ਪੰਜਾਬ ਤੋਂ ਬਾਹਰ ਖੜਿਆ, ਇਹਦਾ ਸੋਧਾ ਲਾਇਆ। ਸੰਤਾਂ ਨੇ ਵਚਨ ਕੀਤਾ ਸਟੇਜ ਤੋਂ ਵੀ ਜਿਹੜਾ ਇਹ ਗੁਰਬਚਨੇ ਨਰਕ ਧਾਰੀਏ ਨੂੰ ਸੋਧੇਗਾ ਉਹਨੂੰ ਅਸੀਂ ਸੋਨੇ ਨਾਲ ਤੋਲਾਂਗੇ। ਫਿਰ ਉਹਦਾ ਸੋਧਾ ਲੱਗ ਗਿਆ। ਉਹਦੇ ਸੱਤੇ ਸਤਾਰੇ ਵੀ ਡੇਗ ਦਿੱਤੇ, ਸਤਾਰੇ ਵੀ ਮੇਟ ਦਿੱਤੇ ਉਸਦੇ। ਇਸੇ ਤਰ੍ਹਾਂ ਲਾਲਾ ਜਗਤ ਨਾਰਾਇਣ ਉਹ ਆਏ ਦਿਨ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਿਲਾਫ ਲਿਖਿਆ ਕਰਦਾ ਸੀ ਤੇ ਉਸ ਨੂੰ ਵੀ ਸੋਧਿਆ ਸਿਰ ਸਿੰਘਾਂ ਨੇ। ਤੇ ਇਸੇ ਤਰੀਕੇ ਨਾਲ ਇਹ ਫਿਰ ਆਪਣੇ ਹੱਕਾਂ ਵਾਸਤੇ ਉਹ ਜਿਹੜੀਆਂ 17 ਮੰਗਾਂ ਪਹਿਲਾਂ ਜਿਸ ਵੇਲੇ ਦੇਸ਼ ਦੀ ਵੰਡ ਹੋਈ ਸੀ ਉਸ ਮੌਕੇ ਦੇ ਉੱਤੇ ਇਹਨਾਂ ਨੇ ਮੰਨੀਆਂ ਸੀ, ਉਹ ਵੀ ਵਿੱਚ ਰੱਖੀਆਂ ਗਈਆਂ, ਜਿਸ ਨੂੰ ਆਨੰਦਪੁਰ ਸਾਹਿਬ ਦਾ ਮਤਾ ਆਖਿਆ ਜਾਂਦਾ। ਉਹਦੇ ਵਿੱਚ ਕਿਸਾਨਾਂ ਦੇ ਹੱਕਾਂ ਦੀ ਗੱਲ ਵੀ ਸੀ, ਮਜ਼ਦੂਰਾਂ ਦੇ, ਦੁਕਾਨਦਾਰਾਂ ਦੇ, ਪੰਜਾਬ ਦੀ ਧਰਤੀ ਤੇ ਵਸਣ ਵਾਲਿਆਂ ਦੇ ਹਰ ਇੱਕ ਦੇ ਹੱਕ ਦੀ ਗੱਲ ਸੀ। ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਕਿਸੇ ਜਾਤੀ, ਬਰਾਦਰੀ, ਕਿਸੇ ਧਰਮ ਦੇ ਨਾਲ ਕੋਈ ਵਿਰੋਧ ਨਹੀਂ ਸੀ। ਜਿਵੇਂ ਗੁਰੂ ਸਾਹਿਬਾਂ ਦਾ ਕਿਸੇ ਜਾਤੀ ਧਰਮ ਨਾਲ ਕੋਈ ਵਿਰੋਧ ਨਹੀਂ ਹੈ ਨਾ, ਇਸੇ ਤਰ੍ਹਾਂ ਗੁਰੂ ਕੇ ਸਿੰਘ ਨਾਲ ਵੀ ਕਿਸੇ ਜਾਤੀ ਮਜ਼ਹਬ ਨਾਲ ਕੋਈ ਵਿਰੋਧ ਨਹੀਂ ਹੁੰਦਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ 4 ਜੰਗ ਕਰਨੇ ਪਏ। ਤੇ ਕਿਉਂ ਕਰਨੇ ਪਏ? ਕਿਉਂਕਿ ਜ਼ਾਲਮ ਸਰਕਾਰਾਂ ਚੜ੍ਹ ਕੇ ਆਉਂਦੀਆਂ ਰਹੀਆਂ, ਤਾਂ 4 ਜੰਗ ਕੀਤੇ 6ਵੇਂ ਪਾਤਸ਼ਾਹ। 10ਵੇਂ ਪਾਤਸ਼ਾਹ ਨੇ 14 ਲੜਾਈਆਂ ਲੜੀਆਂ। ਤੇ ਕਿਉਂ ਲੜੀਆਂ? ਕਿਉਂਕਿ ਜ਼ਾਲਮ ਲੋਕ 22 ਧਾਰ ਦੇ ਰਾਜੇ ਚੜ੍ਹ ਕੇ ਆਉਂਦੇ ਰਹੇ। ਦਿੱਲੀ ਤੋਂ ਫੌਜਾਂ ਚੜ੍ਹ ਕੇ ਆਨੰਦਪੁਰ ਸਾਹਿਬ ਆਉਂਦੀਆਂ ਰਹੀਆਂ ਤੇ 10ਵੇਂ ਪਾਤਸ਼ਾਹ ਫਿਰ ਆਉਂਦੀਆਂ ਹੋਈਆਂ ਫੌਜਾਂ ਦਾ ਮੁਕਾਬਲਾ ਕਰਦੇ ਰਹੇ। ਇਸੇ ਤਰ੍ਹਾਂ ਗੁਰੂ ਕੇ ਖਾਲਸੇ ਨੇ ਆਪਣੇ ਹੱਕਾਂ ਦੀ ਗੱਲ ਕੀਤੀ, ਸੰਤਾਂ ਨੇ ਪੰਜਾਬ ਦੀ ਗੱਲ ਕੀਤੀ ਤੇ ਆਪਣੇ ਹੱਕਾਂ ਦੀ ਗੱਲ ਕੀਤੀ, ਜਿਸ ਨੂੰ ਆਨੰਦਪੁਰ ਸਾਹਿਬ ਦਾ ਮਤਾ ਆਖਿਆ ਜਾਂਦਾ ਹੈ। ਪੰਜਾਬ ਦੇ ਪਾਣੀ ਦੀ ਗੱਲ ਕੀਤੀ, ਫਸਲਾਂ ਦੀ ਗੱਲ ਕੀਤੀ। ਤੇ ਫਿਰ ਜਿਸ ਵੇਲੇ ਸੰਤਾਂ ਦੀ ਮਹਿਮਾ ਬਹੁਤ ਵਧੀ ਤੇ ਕੁਝ ਜਿਹੜੇ ਅਖੌਤੀ ਲੀਡਰ ਸਨ ਸਾਡੇ ਵਿੱਚ, ਉਹ ਵੀ ਤਿਲ ਮਿਲਾ ਉੱਠੇ। ਉਹਨਾਂ ਨੇ ਆਖਿਆ ਵੀ ਸਾਨੂੰ ਤੇ ਹੁਣ ਕਿਸੇ ਨੇ ਪੁੱਛਣਾ ਨਹੀਂ, ਹੁਣ ਤੇ ਸਾਰੇ ਪਾਸੇ ਸੰਤ ਭਿੰਡਰਾਂ ਵਾਲਿਆਂ ਦੀ ਜੈ ਜੈਕਾਰ, ਸਾਰੀ ਸੰਗਤ ਹੀ ਇਹਨਾਂ ਦੇ ਪਿੱਛੇ, ਸਾਰੀ ਨੌਜਵਾਨੀ ਇਹਨਾਂ ਦੇ ਪਿੱਛੇ ਆ, ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੈ। ਉਹਨਾਂ ਨੇ ਵੀ ਫਿਰ ਸੈਂਟਰ ਸਰਕਾਰ ਨੂੰ ਆਖਿਆ ਵੀ ਭਿੰਡਰਾਂ ਵਾਲੇ ਨੂੰ ਖਤਮ ਕਰ ਦਿਓ ਤੁਸੀਂ, ਜਿਹੜੇ ਸਾਡੇ ਵਿੱਚ ਹੀ ਆ। ਇਸੇ ਕਰਕੇ ਕਹਿੰਦੇ ਨਾ ਵੀ ਸਾਨੂੰ ਵਿਰੋਧੀਆਂ ਨੇ ਕੀ ਮਾਰਨਾ, ਸਾਡੇ ਆਪਣੇ ਹੀ ਗਦਾਰ ਹੋ ਜਾਂਦੇ। ਵਿਰੋਧੀਆਂ ਨੂੰ ਤਾਂ ਮੌਕਾ ਮਿਲਦਾ। ਕਹਿੰਦੇ ਵੀ ਦਰਖਤ ਕੁਹਾੜੇ ਨੂੰ ਵੇਖ ਕਰਕੇ ਰੋਇਆ ਵੀ ਕੁਹਾੜੇ ਨੇ ਮੈਨੂੰ ਕੀ ਵੱਢ ਲੈਣਾ ਸੀ ਜੇ ਮੇਰਾ ਹੀ ਵਿੱਚ ਦਸਤਾ ਨਾ ਹੁੰਦਾ। ਦਸਤੇ ਦਾ ਕੰਮ ਕੀਤਾ ਗਦਾਰਾਂ ਨੇ। ਫਿਰ ਸੈਂਟਰ ਸਰਕਾਰ ਨੇ 22 ਮਈ 1984 ਨੂੰ ਜਿਹੜੇ ਵੱਡੇ ਅਫਸਰ ਸੀ ਫੌਜ ਦੇ, ਉਹਨਾਂ ਦੇ ਨਾਲ ਮੀਟਿੰਗ ਰੱਖੀ
ਤੇ ਉਹਨਾਂ ਨੂੰ ਆਖਿਆ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਜਿਉਂਦਾ ਜਾਂ ਮੁਰਦਾ ਉਹਨਾਂ ਨੂੰ ਲਿਆਂਦਾ ਜਾਵੇ, ਜਾਂ ਜਿਉਂਦਾ ਫੜ ਕੇ ਉਹਨਾਂ ਨੂੰ ਲਿਆਂਦਾ ਜਾਵੇ, ਜਾਂ ਉਹਨਾਂ ਨੂੰ ਖਤਮ ਕਰਕੇ ਤੇ ਸਬਕ ਸਿਖਾਇਆ ਜਾਵੇ ਸਿੱਖਾਂ ਨੂੰ, ਜਿਹੜੇ 100 ਸਾਲ ਤੀਕ ਉੱਠਣ ਨਾ ਫੇਰੇ, 100 ਸਾਲ ਤੱਕ। ਇੰਦਰਾ ਗਾਂਧੀ ਨੇ ਆਖਿਆ ਹਮਲਾ ਕੀਤਾ ਜਾਵੇ। 6 ਲੱਖ ਫੌਜ ਜਿਹੜੀ ਉਹ ਪੰਜਾਬ ਵੱਲ ਨੂੰ ਤੋਰੀ, 6 ਲੱਖ ਫੌਜ। ਜਿਸ ਵੇਲੇ 6 ਲੱਖ ਫੌਜ ਤੋਰੀ ਹੈ ਤੇ ਪਹਿਲਾਂ ਉਸ ਫੌਜ ਨੂੰ ਟ੍ਰੇਨਿੰਗ ਦਿੱਤੀ ਗਈ ਸੀ, 15 ਦਿਨ ਦੀ ਕਹਿੰਦੇ ਟ੍ਰੇਨਿੰਗ। ਇਹ ਕੁਲਦੀਪ ਬਰਾੜ ਨੇ ਆਪਣੀ ਕਿਤਾਬ ਵਿੱਚ ਸਾਰਾ ਕੁਝ ਲਿਖਿਆ ਹੋਇਆ। 15 ਦਿਨ ਦੀ ਟ੍ਰੇਨਿੰਗ ਹਿਮਾਚਲ ਵਿੱਚ ਦਿੱਤੀ ਸੀ, ਦਰਬਾਰ ਸਾਹਿਬ ਦਾ ਮਾਡਲ ਤਿਆਰ ਕਰਕੇ ਵੀ ਤੁਸੀਂ ਕਿਵੇਂ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਨੂੰ ਢਾਉਣਾ, ਸਿੱਖਾਂ ਦੇ ਕੇਂਦਰੀ ਸਥਾਨ ਤੇ ਕਿਵੇਂ ਹਮਲਾ ਕਰਨਾ। 40 ਗੁਰਧਾਮਾਂ ਤੇ ਹੋਰ ਜਿਹੜੇ ਸਥਾਨ ਵਾ ਉਹਨਾਂ ਦੇ ਉੱਤੇ, ਇਹਨਾਂ ਦੇ ਸਮੇਤ 40 ਗੁਰਧਾਮਾਂ ਦੇ ਉੱਤੇ ਹਮਲਾ ਕਰਨਾ। ਫਿਰ 17 ਦਿਨ ਦੀ ਟ੍ਰੇਨਿੰਗ ਹੈਦਰਾਬਾਦ ਦੇ ਵਿੱਚ ਦਿੱਤੀ ਗਈ ਸੀ ਫੌਜ। ਫਿਰ ਹਦਾਇਤਾਂ ਕੀਤੀਆਂ ਗਈਆਂ ਸੀ ਕਿ ਜਦੋਂ ਤੁਸੀਂ ਸਿੱਖਾਂ ਦੇ ਉੱਤੇ ਹਮਲਾ ਕਰਨਾ ਹੈ ਤੇ ਜਿਹੜਾ ਗ੍ਰਿਫਤਾਰ ਹੋਣ ਦਾ ਯਤਨ ਵੀ ਕਰੇ ਗੋਲੀ ਮਾਰ ਕੇ ਮਾਰ ਦੇਣਾ, ਜਾਂ ਉਹਨਾਂ ਨੂੰ ਫੱਟੜ ਕਰਕੇ ਫਿਰ ਗ੍ਰਿਫਤਾਰ ਕਰਨਾ। ਇਸ ਆਪਰੇਸ਼ਨ ਦੇ ਦੌਰਾਨ ਤੁਸੀਂ ਕਿਸੇ ਵੀ ਸਿੱਖ ਬੱਚੀ, ਸਿੱਖ ਭੈਣ, ਸਿੱਖਾਂ ਦੇ ਲੜਕੀਆਂ ਦੇ ਨਾਲ ਕੁਕਰਮ ਕਰ ਸਕਦੇ ਹੋ, ਰੇਪ ਕਰ ਸਕਦੇ ਹੋ, ਤੁਹਾਡੇ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਸਕਦਾ। ਕਹਿੰਦੇ ਫੌਜ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਸੀ, ਲਿਖਿਆ ਹੋਇਆ ਹੈ ਸਾਰਾ ਕੁਝ। ਤੁਸੀਂ ਕਿਸੇ ਵੀ ਜਿਹੜੇ 40 ਗੁਰਧਾਮਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਉਹਨਾਂ ਗੁਰੂ ਘਰਾਂ ਵਿੱਚ ਕਿਸੇ ਥਾਂ ਤੇ ਵੀ ਗੋਲਾ ਸੁੱਟ ਸਕਦੇ ਹੋ, ਗੋਲੀਆਂ ਚਲਾ ਸਕਦੇ ਹੋ, ਸਮੇਤ ਬੂਟਾਂ ਤੇ ਤੁਸੀਂ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਅੰਦਰ ਜਾ ਸਕਦੇ ਹੋ। ਇਹ 6 ਲੱਖ ਫੌਜ ਪੰਜਾਬ ਦੀ ਧਰਤੀ ਤੇ ਚੜ੍ਹ ਕੇ ਆਉਂਦੀ ਆ ਔਰ ਸਾਰੇ ਪੰਜਾਬ ਨੂੰ ਫੌਜ ਦੀ ਛਾਉਣੀ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ। 1.5 ਲੱਖ ਫੌਜ ਜਿਹੜੀ ਆ ਉਹ ਦਰਬਾਰ ਸਾਹਿਬ ਨੂੰ ਤੇ ਅਕਾਲ ਤਖਤ ਸਾਹਿਬ ਨੂੰ ਘੇਰਾ ਪਾਉਂਦੀ ਹੈ, ਤੇ 2 ਲੱਖ ਫੌਜ ਜਿਹੜੀ ਹੈ ਉਹ ਪਿੱਛੇ ਮਦਦ ਦੇਣ ਵਾਸਤੇ ਰੱਖੀ ਜਾਂਦੀ ਹੈ। 25 ਕਿਲੋਮੀਟਰ ਦੇ ਕਹਿੰਦੇ ਘੇਰੇ ਵਿੱਚ ਉਹ ਵੀ ਰਵੇਗੀ ਨਾਲ ਦਰਬਾਰ ਸਾਹਿਬ ਦੇ ਆਲੇ ਦੁਆਲੇ। ਤਾਂ ਉਸ ਮੌਕੇ ਤੇ 1 ਜੂਨ ਤੋਂ ਲੈ ਕੇ ਅੱਜ 6 ਜੂਨ ਦਾ ਦਿਨ ਵਾ, 1 ਜੂਨ ਨੂੰ ਹਮਲਾ ਸ਼ੁਰੂ ਹੋ ਗਿਆ ਸੀ, ਗੋਲੀ ਚਲਾ ਦਿੱਤੀ ਗਈ ਸੀ 1 ਜੂਨ ਵਾਲੇ ਦਿਨ ਪਰਖਣ ਵਾਸਤੇ। ਪਹਿਲਾਂ ਗੋਲੀ ਜਦੋਂ ਬਾਹਰੋਂ ਚਲਾਈ ਗਈ ਵੀ ਅੰਦਰ ਕਹਿੰਦੇ ਵੀ ਸਾਨੂੰ ਇਹ ਪਤਾ ਲੱਗਾ ਸੀ ਵੀ ਅੰਦਰ 300 ਤੋਂ ਲੈ ਕੇ 500 ਸਿੰਘ ਵਾ ਲੜਨ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਪਾਸ, ਭਿੰਡਰਾਂ ਵਾਲਿਆਂ ਸੰਤਾਂ ਕੋਲ। ਵੇਖੋ ਜੇ 500 ਸਿੰਘ ਵੀ ਲਾ ਲਓ ਵੀ 500 ਸਿੰਘ ਸੀ ਜੂਝਣ ਵਾਲੇ ਜੁਝਾਰੂ ਸਿੰਘ, ਤੇ ਉਹਨਾਂ ਨੂੰ ਫੜਨ ਵਾਸਤੇ 6 ਲੱਖ ਫੌਜ ਭੇਜੀ। ਕੱਲੇ ਸੰਤਾਂ ਨੂੰ ਫੜਨ ਵਾਸਤੇ ਨਹੀਂ, ਸਿੱਖ ਕੌਮ ਨੂੰ ਕੁਚਲਣ ਵਾਸਤੇ, ਸਿੱਖ ਕੌਮ ਨੂੰ ਖਤਮ ਕਰਨ ਵਾਸਤੇ, ਵੀ ਇਸ ਤਰ੍ਹਾਂ ਇਹਨਾਂ ਨੂੰ ਇਹ ਐਸੀ ਮਾਰ ਮਾਰੋ ਇਹ 100 ਸਾਲ ਦੀ ਉੱਠ ਨਾ ਸਕਣ, ਫੇਰ ਆਪਣੇ ਹੱਕ ਨਾ ਮੰਗਣ। ਜਿਹੜੇ ਇਹ ਥੋੜੇ ਕਿ ਦਿਨਾਂ ਬਾਅਦ ਦਿੱਲੀ ਵੱਲ ਨੂੰ ਆ ਜਾਂਦੇ ਆ ਨਾ ਵੀ ਸਾਡਾ ਆਹ ਹੱਕ ਆ, ਸਾਡਾ ਪਾਣੀ ਤੇ ਹੱਕ ਆ, ਪੰਜਾਬ ਦੇ ਪਾਣੀ ਦੇ ਉੱਤੇ ਸਾਡਾ ਹੱਕ ਵਾ, ਤੇ ਸਾਡੇ ਆ ਹੱਕ ਜਿਹੜੀਆਂ ਸਾਡੇ ਨਾਲ ਤੁਸੀਂ ਸ਼ਰਤਾਂ ਕੀਤੀਆਂ ਵਾ ਦੇਸ਼ ਦੀ ਵੰਡ ਵੇਲੇ ਉਹ ਸਾਡਾ ਹੱਕ ਦਿਓ, ਵੀ ਆਪਣਾ ਹੱਕ ਨਾ ਮੰਗਣ, ਇਸ ਤਰ੍ਹਾਂ ਇਹਨਾਂ ਨੂੰ ਮਾਰ ਮਾਰੋ। ਫਿਰ ਸਭ ਤੋਂ ਪਹਿਲਾਂ ਇਹਨਾਂ ਨੇ ਵਿਉਂਤਬੰਦੀ ਬਣਾਉਂਦਿਆਂ ਹੋਇਆਂ ਜਦੋਂ 22 ਨੂੰ ਮੀਟਿੰਗ ਕੀਤੀ ਸੀ ਉੱਥੇ, ਫਿਰ 23 ਵਾਲੇ ਦਿਨ ਕਹਿੰਦੇ ਸੰਤਾਂ ਦੇ ਕੋਲੇ ਕੁਝ ਬੰਦੇ ਭੇਜੇ ਸਨ। 23 ਮਈ ਨੂੰ ਸੰਤ ਜਰਨੈਲ ਸਿੰਘ ਜੀ ਨੂੰ ਆਖਿਆ ਸੀ ਵੀ 2 ਕਰੋੜ ਰੁਪਈਆ ਤੁਹਾਨੂੰ ਦੇਣੇ, 2 ਕਰੋੜ, ਤੇ ਤੁਸੀਂ ਸਿੱਖਾਂ ਦੀ ਗੱਲ ਕਰਨੀ ਛੱਡ ਦਿਓ, ਪਰ ਉਹ ਨਾ ਮੰਨੇ। ਉਸ ਤੋਂ ਬਾਅਦ ਜਦੋਂ ਘੇਰਾ ਪਾਇਆ ਫਿਰ ਵੀ ਸੰਤਾਂ ਨੂੰ ਆਖਿਆ ਗਿਆ ਕਿ ਤੁਹਾਨੂੰ 2 ਅਰਬ ਡਾਲਰ ਅਮਰੀਕਾ ਦਾ ਉਹ ਤੁਹਾਡੇ ਖਾਤਿਆਂ ਵਿੱਚ ਪਾ ਦਿੰਦੇ ਆ। ਕੋਈ ਬਾਹਰ ਕੋਈ ਤੁਹਾਡੇ ਕੋਈ ਸ਼ਰਧਾਲੂ ਕੋਈ ਪ੍ਰੇਮੀ ਹੋਣ, ਕੋਈ 10-15 ਜਾਣੇ, ਤੇ ਉਹਨਾਂ ਦੇ ਨਾਂ ਦੇ ਉੱਤੇ ਉਹ ਪਾ ਦਿੱਤੇ ਜਾਣਗੇ।
ਤੇ ਤੁਸੀਂ ਸਿੱਖਾਂ ਦੀ ਇਹ ਜਿਹੜੀ ਹੱਕਾਂ ਦੀ ਗੱਲ ਕਰਨੀ ਛੱਡ ਦਿਓ। ਤੁਹਾਨੂੰ ਇੱਥੋਂ ਗ੍ਰਿਫਤਾਰ ਕਰਕੇ ਜੇ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹੋ, ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਵੀ ਬਣਾ ਦਿੰਦੇ। ਪਰ ਸੰਤਾਂ ਨੇ ਕੋਈ ਲਾਲਚ ਨਾ ਮੰਨਿਆ। ਆਖਿਰਕਾਰ ਫਿਰ 2-3 ਦਿਨ ਜਿਹੜੀ ਗੋਲੀ ਚੱਲੀ ਉਹਦੇ ਵਿੱਚ ਇਹਨਾਂ ਨੇ ਪਰਖਣਾ ਚਾਹਿਆ ਵੀ ਅੰਦਰ ਸਿੰਘਾਂ ਕੋਲੇ ਹਥਿਆਰ ਕੀ ਹੈ। ਅੰਦਰ ਜਰਨਲ ਸ਼ਬੇਗ ਸਿੰਘ, ਉਹਨਾਂ ਦਾ ਵੀ ਬੜਾ ਲੰਮਾ ਇਤਿਹਾਸ ਹੈ, ਜਿਨ੍ਹਾਂ ਨੇ ਬਹੁਤ ਉੱਚੀ ਵਿੱਦਿਆ ਹਾਸਲ ਕੀਤੀ ਸੀ ਤੇ ਫੌਜ ਵਿੱਚ ਭਰਤੀ ਹੋ ਕਰਕੇ ਜਿਨ੍ਹਾਂ ਨੇ ਕਈ ਜੰਗਾਂ ਲੜੀਆਂ ਤੇ ਜਿਤਾਈਆਂ ਸੀ। ਪਹਿਲਾਂ ਉਹ ਹਿੰਦੁਸਤਾਨ ਦੀ ਫੌਜ ਦੇ ਵਿੱਚ ਹੀ ਉਹ ਜਰਨੈਲ ਰਹੇ ਸਨ ਤੇ ਉਹਨਾਂ ਨੇ 65 ਦੀ ਜੰਗ ਵਿੱਚ ਵੀ ਉਹ ਅਗਵਾਈ ਕੀਤੀ ਸੀ। 71 ਦੀ ਜੰਗ ਦੇ ਵਿੱਚ ਬੰਗਲਾਦੇਸ਼ ਨਾਲ ਜਿਹੜੀ ਲੱਗੀ ਸੀ ਉਹਦੇ ਵਿੱਚ ਵੀ 90,000 ਫੌਜੀਆਂ ਨੂੰ, ਪਾਕਿਸਤਾਨ ਫੌਜੀਆਂ ਨੂੰ ਹਥਿਆਰ ਛਡਾਉਣ ਵਾਲੇ ਜਰਨਲ ਸ਼ਬੇਗ ਸਿੰਘ ਸਨ। ਪਰ ਜਦੋਂ ਉਹਨਾਂ ਨੂੰ ਰਿਟਾਇਰ ਹੋਣਾ ਸੀ, ਉਹਨਾਂ ਨੂੰ ਮਾਣ ਸਨਮਾਨ ਦੇਣਾ ਸੀ ਤੇ ਉਹਨਾਂ ਨੂੰ ਮਾਣ ਸਨਮਾਨ ਸਿੱਖ ਹੋਣ ਦੇ ਨਾਂ ਤੇ ਇਹ ਦਿੱਤਾ ਗਿਆ ਕਿਉਂਕਿ ਉਹ ਦਸਤਾਰ ਬੰਨੀ ਹੈ, ਸਿੱਖ ਵਾ, ਤੇ ਉਹਨਾਂ ਦੇ ਉੱਤੇ 2500 ਰੁਪਏ ਦਾ ਦੋਸ਼ ਲਾ ਦਿੱਤਾ ਗਿਆ ਤੇ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਜਰਨਲ ਸ਼ਬੇਗ ਸਿੰਘ ਨੂੰ ਵੀ ਇਹਨਾਂ ਨੇ ਜੀ ਸਰਕਾਰੀ ਗੱਡੀ ਲਈ ਆ, ਉਹਦੇ ਵਿੱਚ ਵਾਧਾ ਘਾਟਾ ਜਿਹਾ ਪਾ ਕੇ ਉਹਨਾਂ ਦੇ ਉੱਤੇ ਕੇਸ ਚਲਾ ਦਿੱਤਾ ਗਿਆ। ਤੇ ਗੱਲ ਕਿੰਨੀ, ਸਿਰਫ 2500 ਰੁਪਏ ਦੀ। ਜਿਸ ਜਰਨਲ ਨੇ 90,000 ਬੰਗਲਾਦੇਸ਼ ਵਾਲੇ ਫੌਜੀਆਂ ਦੇ ਹਥਿਆਰ ਸਟਾਏ ਸੀ, ਜੰਗ ਜਿੱਤੀ ਸੀ, ਤੇ ਉਹਦੇ ਉੱਤੇ ਦੋਸ਼ ਇਸ ਕਰਕੇ ਮੜ ਦਿੱਤਾ ਗਿਆ ਵੀ ਇਹ ਇੱਕ ਸਿੱਖ ਸਰਦਾਰ ਵਾ, ਸਿੱਖ ਫੌਜੀ। ਇਸ ਕਰਕੇ ਇਹ ਸਾਰੀ ਕਾਰਵਾਈ ਉਹਨਾਂ ਤੇ ਹੋਈ। ਇਹ ਰੋਹ ਸੀ ਉਹਨਾਂ ਦੇ ਮਨ ਵਿੱਚ, ਤਾਂ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਉਹ ਮਿਲੇ ਸੀ ਕਿ ਜਿਸ ਦੇਸ਼ ਵਾਸਤੇ ਸਾਰੀ ਜ਼ਿੰਦਗੀ ਮੈਂ ਨੌਕਰੀ ਕੀਤੀ, ਜੰਗ ਯੁੱਧ ਕੀਤੇ, ਬਾਰਡਰਾਂ ਦੇ ਉੱਤੇ ਡਟਿਆ, ਤੇ ਉਹਨਾਂ ਨੇ ਮੈਨੂੰ ਆਹ ਤਗਮਾ ਦਿੱਤਾ, ਇਹ ਵਡਿਆਈ ਦਿੱਤੀ, ਮੇਰੇ ਉੱਤੇ ਚੋਰੀ ਦਾ ਦੋਸ਼ ਲਾਇਆ। ਉਹਨਾਂ ਨੇ ਆ ਕਰਕੇ ਜਦੋਂ ਇਹ ਕੁਲਦੀਪ ਬਰਾੜ ਨੂੰ ਪਤਾ ਲੱਗਾ ਵੀ ਅੰਦਰਲੇ ਪਾਸੇ ਜਰਨਲ ਸ਼ਬੇਗ ਸਿੰਘ ਆ, ਫਿਰ ਉਹ ਘਬਰਾਇਆ ਵੀ ਉਹ ਬਹੁਤ ਤੇਜ਼ ਦਿਮਾਗ ਹੈ ਤੇ ਬਹੁਤ ਬਹਾਦਰ ਹੈ ਜਰਨਲ ਸ਼ਬੇਗ ਸਿੰਘ। ਪਹਿਲਾਂ ਖਿਆਲ ਕਰਦੇ ਸੀ 2.5 ਘੰਟਿਆਂ ਦੇ ਵਿੱਚ ਅਸੀਂ ਸੰਤਾਂ ਨੂੰ ਫੜ ਕੇ ਜਾਂ ਜਿਉਂਦਾ ਜਾਂ ਮੁਰਦਾ ਤੇ ਲੈ ਜਾਣਾ। ਫਿਰ ਉਸ ਮੌਕੇ ਤੇ ਜਦੋਂ 1 ਜੂਨ 2 ਜੂਨ ਨੂੰ ਵੀ ਕੁਝ ਗੋਲੀ ਚੱਲਦੀ ਹੈ, ਅੰਦਰੋਂ ਸਿੰਘਾਂ ਨੇ, ਜਿਵੇਂ ਜਰਨਲ ਸ਼ਬੇਗ ਸਿੰਘ ਨੇ ਦੱਸਿਆ ਸੀ, ਛੋਟੇ ਹਥਿਆਰਾਂ ਦੇ ਨਾਲ ਫੈਲ ਕੀਤੇ, ਵੱਖ-ਵੱਖ ਥਾਵਾਂ ਤੇ ਮੋਰਚੇ ਬਣਾਏ ਹੋਏ ਸੀ। ਬੰਗਿਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ, ਔਰ ਇਸੇ ਤਰ੍ਹਾਂ ਪਾਣੀ ਵਾਲੀ ਟੈਂਕੀ ਦੇ ਉੱਪਰ, ਬਾਬਾ ਟਲ ਰਾਏ ਜੀ ਦੇ ਸਥਾਨ ਤੇ, ਹੋਰ ਲਾਗੇ ਬਿਲਡਿੰਗਾਂ ਦੇ ਉੱਚੇ ਥਾਂ ਤੇ। 3 ਤਰੀਕ ਨੂੰ ਸ਼ਾਮ ਨੂੰ ਫਿਰ 2200 ਫੌਜੀ, ਉਹਨਾਂ ਨੇ ਕੂਣੀਆਂ ਦੇ ਭਾਰ ਅੰਦਰ ਜਾਣਾ। ਪਾਣੀ ਤੇ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ ਸੀ ਤੇ 1700 ਫੌਜੀ ਨੇ ਕਹਿੰਦੇ ਵੀ ਕਵਰਿੰਗ ਫਾਇਰਿੰਗ ਦੇਣੀ ਸੀ। ਉਹ ਜਦੋਂ ਅੰਦਰ ਜਾਣ ਲੱਗੇ, ਜਦੋਂ ਸਾਰੇ ਦੇ ਸਾਰੇ ਅੰਦਰ ਦਾਖਲ ਹੋ ਗਏ, 2200 ਦੇ 2200, ਫਿਰ ਅੰਦਰੋਂ ਜਰਨਲ ਸ਼ਬੇਗ ਸਿੰਘ ਦੀ ਅਗਵਾਈ ਦੇ ਵਿੱਚ ਸਿੰਘਾਂ ਨੇ ਜਦੋਂ ਫਾਇਰ ਖੋਲ੍ਹੇ ਤੇ 5-7 ਮਿੰਟ ਦਾ ਸਮਾਂ ਹੀ ਲੱਗਾ ਕਿ ਛੱਲੀਆਂ ਵਾਂਗੂ ਸਾਰੇ ਭੁੰਨ ਕੇ ਰੱਖ ਦਿੱਤੇ। ਜਿਹੜੇ 2200 ਅੰਦਰ ਵੜੇ ਸੀ ਉਹਨਾਂ ਦੇ ਵਿੱਚੋਂ 150 ਬੰਦਾ ਜਿਹੜਾ ਉਹ ਜਿਉਂਦਾ ਬਚਿਆ, ਉਹ ਵੀ ਫੱਟੜ ਸੀ, ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦੇ ਕਿਤੇ ਗੋਲੀ ਲੱਗੀ ਸੀ। ਤੇ ਉਹ ਬਾਅਦ ਵਿੱਚ 8 ਜੂਨ ਤੋਂ ਬਾਅਦ ਵਿੱਚ ਇਹਨਾਂ ਨੂੰ ਪਤਾ ਲੱਗਾ ਵੀ ਉਹ ਥੱਲੜੇ ਪਾਸੇ ਕਿਸ ਤਰੀਕੇ ਦੇ ਨਾਲ 4-4 ਇੰਚ 3-3 ਇੰਚ ਉੱਚੀਆਂ ਗੋਲੀਆਂ ਜਿਹੜੀਆਂ ਮੋਰਚੇ ਬਣਾਏ ਹੋਏ ਸੀ ਉੱਥੋਂ ਆ ਰਹੀਆਂ ਸੀ, ਪਹਿਲਾਂ ਨਹੀਂ ਸੀ ਪਤਾ ਲੱਗਾ। ਉਸ ਤੋਂ ਬਾਅਦ ਫਿਰ ਕਮਾਂਡੋ ਸੱਦੇ ਗਏ, 950 ਕਮਾਂਡੋ, ਇੱਕ ਕੋਲੇ 60 ਗ੍ਰਨੇਡ ਸੀ। ਹੈਲੀਕਾਪਟਰਾਂ ਦੇ ਨਾਲ ਪਹਿਲਾਂ ਰਾਜਾ ਸਾਂਸੀ ਹਵਾਈ ਅੱਡੇ ਤੇ ਉਹਨਾਂ ਨੂੰ ਉਤਾਰਿਆ ਗਿਆ ਤੇ ਫਿਰ ਲਾਗੇ ਵਾਲੀਆਂ ਜਿਹੜੀਆਂ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ ਬਿਲਡਿੰਗਾਂ, ਉਹਨਾਂ ਤੇ ਉਤਾਰਿਆ ਗਿਆ। ਔਰ ਉਹ ਉਤਰਦਿਆਂ ਨੂੰ ਜਿਸ ਵੇਲੇ ਉਤਰੇ ਉੱਥੇ ਉਹਨਾਂ ਦੇ ਮਨ ਵਿੱਚ ਬੜਾ ਚਾਅ ਸੀ, ਦੂਰਬੀਨਾਂ ਉਹਨਾਂ ਦੇ ਕੋਲੇ ਸੀ, ਔਰ ਇਸੇ ਤਰ੍ਹਾਂ ਗ੍ਰਨੇਡ ਉਹਨਾਂ ਦੇ ਕੋਲੇ ਸਨ, ਬੁਲਟ ਪ੍ਰੂਫ ਜੈਕਟਾਂ ਉਹਨਾਂ ਨੇ ਪਾਈਆਂ ਸੀ। 950 ਕਮਾਂਡੋ ਜਦੋਂ ਬਿਲਡਿੰਗਾਂ ਤੇ ਉਤਾਰਿਆ ਗਿਆ ਤੇ ਕਹਿੰਦੇ ਵੀ ਥੋੜਾ ਹੀ ਸਮਾਂ ਹੋਇਆ
ਤੇ ਜਿਹੜੇ ਆਲੇ ਦੁਆਲੇ ਦੇ ਬੁੰਗਿਆਂ ਦੇ ਵਿੱਚ ਸਿੰਘਾਂ ਨੇ ਮੋਰਚੇ ਬਣਾਏ ਸੀ ਉੱਥੋਂ ਫਾਇਰ ਕੀਤੇ ਤੇ ਥੋੜੇ ਮਿੰਟਾਂ ਦੇ ਵਿੱਚ ਹੀ ਸਾਰੇ ਦੇ ਸਾਰੇ 950 ਕਮਾਂਡੋ ਭੁੰਨ ਕੇ ਰੱਖ ਦਿੱਤਾ ਸਿੰਘਾਂ ਨੇ ਉੱਥੇ। ਉਸ ਮੌਕੇ ਤੇ ਕਹਿੰਦੇ ਵੀ ਧਮਾਕਾ ਇਸ ਕਰਕੇ ਵੀ ਉਹਨਾਂ ਦਾ ਵਧੇਕ ਹੁੰਦਾ ਸੀ, ਭਾਵੇਂ ਉਹਨਾਂ ਨੇ ਬੁਲਟ ਪ੍ਰੂਫ ਜੈਕਟਾਂ ਪਾਈਆਂ ਸੀ, ਪਰ ਜਿਹੜੇ 60 70 ਗ੍ਰਨੇਡ ਇੱਕ ਕਮਾਂਡੋ ਦੇ ਕੋਲੇ ਸੀ। ਜਦੋਂ ਉਹਨਾਂ ਨੂੰ ਜਾ ਕੇ ਗੋਲੀਆਂ ਵੱਜਦੀਆਂ ਸੀ, ਮਸ਼ੀਨ ਗੰਨਾਂ ਦੀਆਂ ਗੋਲੀਆਂ ਜਿਹੜੀਆਂ 1800 ਮੀਟਰ ਦੂਰ ਮਾਰ ਕਰਨ ਵਾਲੀਆਂ ਸੀ, ਤੇ ਉਹਨਾਂ ਦੇ ਨਾਲ ਤੁੰਬੇ ਉੱਡ ਗਏ ਉਹਨਾਂ ਦੇ। ਫਿਰ ਐਸੇ ਘਬਰਾਏ ਤੇ ਫਿਰ ਹੋਰ ਕਮਾਂਡੋ ਸੱਦੇ ਗਏ, ਜਿਹੜੇ ਸਪੈਸ਼ਲ ਕਮਾਂਡੋ ਮੰਤਰੀਆਂ ਦੇ ਨਾਲ ਹੁੰਦੇ। ਉਹ ਕਮਾਂਡੋਆਂ ਵਿੱਚੋਂ ਵੀ ਉਹ ਚੁਣਿੰਦਾ ਕਮਾਂਡੋ ਹੁੰਦੇ, ਜਿਨ੍ਹਾਂ ਦੇ ਬਾਰੇ ਲਿਖਿਆ ਲਿਖਤ ਦੇ ਵਿੱਚ ਪ੍ਰਦੀਪ ਬਰਾੜ ਦੀ ਕਿਤਾਬ ਦੇ ਵਿੱਚ, ਤੇ ਹੋਰ ਵੀ ਲਿਖਾਰੀਆਂ ਨੇ ਲਿਖਿਆ ਵੀ ਇੱਕ ਮਿੰਟ ਤੇ ਉਹ ਅੱਖ ਨਹੀਂ ਝਮਕਦੇ ਉਹ ਕਮਾਂਡੋ ਜਿਹੜੇ। ਤੇ ਐਸੇ ਉਹ ਜਵਾਨ ਤੇ 25 ਫੁੱਟ ਤੀਕ ਛਾਲ ਮਾਰ ਜਾਣ ਵਾਲੇ। ਤੇ ਉਹ ਫਿਰ ਆਏ ਕਮਾਂਡੋ, 1300 ਕਮਾਂਡੋ ਉਹ ਆਇਆ। ਬ੍ਰਹਮ ਮਿਸ਼ਰਾ ਉਹਨਾਂ ਕਮਾਂਡੋਆਂ ਦੀ ਅਗਵਾਈ ਕਰਦਾ ਸੀ। ਉਹਨਾਂ ਨੇ ਆਖਿਆ ਸੀ 10 ਘੰਟਿਆਂ ਦੇ ਵਿੱਚ ਇਹ ਆਪਰੇਸ਼ਨ ਜਿਹੜਾ ਵਾ ਇਹ ਖਤਮ ਕਰ ਦਿਆਂਗੇ, ਪਰ ਸਾਡੇ ਅਨੁਸਾਰ ਚੱਲਣਾ ਪਵੇਗਾ। ਫਿਰ ਕਹਿੰਦੇ ਸੁਰੰਗ ਪੁੱਟੀ ਗਈ, ਘੰਟਾ ਘਰ ਮਾਰਕੀਟ ਦੇ ਵੱਲੋਂ ਥੱਲੇ ਵਰਮੇ ਦੇ ਨਾਲ ਸੁਰੰਗ ਪੁੱਟ ਕੇ ਤੇ ਥੱਲੇ ਕਮਰੇ ਦੇ 5 ਫੁੱਟ ਹੇਠਾਂ ਜਿਹੜੀ ਉਹ ਸੁਰੰਗ ਲਿਜਾਈ ਗਈ। ਪਹਿਲਾਂ ਉਹਦੇ ਵਿੱਚ ਦਵਾਈ ਜਿਹੜੀ ਉਹ ਪਾਈ ਗਈ, ਜਿਹਦੇ ਨਾਲ ਅੱਗੇ ਕਮਰੇ 'ਚ ਕੋਈ ਸਿੰਘ ਹੋਣ ਤੇ ਬੇਹੋਸ਼ ਹੋ ਜਾਣ। ਉਹ ਦਵਾਈ ਤੋਂ ਅੱਧਾ ਘੰਟਾ ਬਾਅਦ ਫਿਰ ਉਹਦੇ 'ਚ ਕਮਾਂਡੋ ਵੜੇ, ਤੇ ਜਿਹੜੇ ਅੱਗੇ ਕੁਝ ਸਿੰਘ ਬੇਹੋਸ਼ ਹੋਏ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। 60-65 ਸਿੰਘ ਕਹਿੰਦੇ ਵੀ ਕਮਾਂਡੋ ਨੇ ਉੱਥੇ ਮਾਰ ਦਿੱਤੇ। ਜਦੋਂ ਜਨਰਲ ਸ਼ਮੇਕ ਸਿੰਘ ਨੂੰ ਪਤਾ ਲੱਗਾ, ਸੰਤਾਂ ਨੂੰ ਪਤਾ ਲੱਗਾ ਵੀ ਇੱਧਰਲੇ ਪਾਸੇ ਸੁਰੰਗ ਪੁੱਟ ਕੇ ਫੌਜ ਅੰਦਰ ਵੜ ਰਹੀ ਆ, ਫਿਰ ਸਿੰਘਾਂ ਨੇ ਉੱਥੇ ਜਿਹੜੇ ਆ ਸਿਲੰਡਰ ਸਿਲੰਡਰ ਗੈਸ ਸਿਲੰਡਰ ਚੁੱਲ੍ਹੇ ਵਾਲੇ ਇਹ ਲਿਆ ਕੇ ਇਹਨਾਂ ਦੀਆਂ ਨਾਲੀਆਂ ਲਾ ਕੇ ਇੱਕ ਸਿੰਘ ਸਿਲੰਡਰ ਨੂੰ ਆਪਣੇ ਹੱਥ ਵਿੱਚ ਫੜਦਾ ਸੀ ਤੇ ਦੂਸਰਾ ਉਹਦੇ ਤੇ ਗੋਲੀਆਂ ਚਲਾਉਂਦਾ ਸੀ। ਨਾਲ ਹੀ ਸਿੰਘ ਆਪ ਉੱਡਦੇ ਸੀ ਤੇ ਨਾਲ ਹੀ ਉਹਦੇ 'ਚ ਧਮਾਕਾ ਕਰਦੇ ਸੀ ਸੁਰੰਗ ਦੇ ਵਿੱਚ। ਫਿਰ ਜਿੰਨੇ ਉਹ ਕਮਾਂਡੋ ਸੀ ਉਹ ਕਮਾਂਡੋ ਨੂੰ ਮਾਰਿਆ ਗਿਆ। ਕੁਝ ਅਗਲੇ ਬੰਨੇ ਨਿਕਲ ਗਏ ਸੀ, ਉਹਨਾਂ ਨੂੰ ਕਹਿੰਦੇ ਜਿਉਂਦਿਆਂ ਵੀ ਫੜਿਆ ਗਿਆ। ਉਹ ਬਾਅਦ ਵਿੱਚ ਉਹਨਾਂ ਦੀਆਂ ਲਾਸ਼ਾਂ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੋਂ ਮਿਲੀਆਂ। ਤੋਪਾਂ ਬੀੜ ਕਰਕੇ ਤੋਪਾਂ ਦੇ ਫੈਲ ਕੀਤੇ ਗਏ। 5 ਤਰੀਕ ਕੱਲ ਸੀ, ਅੰਮ੍ਰਿਤ ਵੇਲੇ 4:30 ਵਜੇ ਤੋਂ ਮਗਰੋਂ ਅਕਾਲ ਤਖਤ ਸਾਹਿਬ ਦੇ ਉੱਤੇ ਗੋਲੇ ਚੱਲੇ, ਟੈਂਕਾਂ ਦੇ ਤੇ ਤੋਪਾਂ ਦੇ। ਤੋ ਇਹ ਸਾਰਾ ਕੁਝ ਸਾਧ ਸੰਗਤ ਜੀ। ਉਸ ਤੋਂ ਬਾਅਦ ਬਖਤਰਬੰਦ ਗੱਡੀਆਂ ਉਹ 133 ਲਿਆਂਦੀਆਂ ਗਈਆਂ, ਉਹਨਾਂ ਨੂੰ ਅੰਦਰ ਲਿਆਂਦਾ ਗਿਆ। ਉਹਦੇ ਉੱਤੇ ਵੀ ਸਿੰਘਾਂ ਨੇ ਸੋ ਆਪਣੇ ਸਰੀਰ ਦੇ ਨਾਲ ਬਰੂਦ ਬੰਨ ਕੇ ਛਾਲਾਂ ਮਾਰੀਆਂ। ਦਮਦਮੀ ਟਕਸਾਲ ਦੇ ਮਹਾਨ ਗੁਰਮੁਖ ਪਿਆਰੇ ਵਿਦਵਾਨ ਭਾਈ ਮੋਹਰ ਸਿੰਘ ਜੀ, ਉਹਨਾਂ ਦੀਆਂ 3 ਧੀਆਂ ਸੀ, ਇੱਕ ਉਹਨਾਂ ਦੀ ਪਤਨੀ। ਦੋਵਾਂ ਧੀਆਂ ਨੂੰ ਉਹਨਾਂ ਨੇ ਬੰਬ ਬੰਨ ਕੇ ਉਹਨਾਂ ਬਖਤਰਬੰਦ ਗੱਡੀਆਂ ਦੇ ਉੱਤੇ ਸੁੱਟਿਆ। ਇੱਕ ਦਾ ਨਾਂ ਸੀ ਸਤਨਾਮ ਕੌਰ, ਇੱਕ ਦਾ ਨਾਂ ਸੀ ਵਾਹਿਗੁਰੂ ਕੌਰ, ਤੀਜੀ ਦੁੱਧ ਚੁੰਗਣ ਵਾਲੀ ਸੀ ਕਹਿੰਦੇ। ਉਹਦੇ ਨਾਲ ਵੀ ਬਰੂਦ ਦੀ ਪੇਟੀ ਬੰਨ ਕੇ ਤੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਪੁੰਗਾ ਉੱਥੋਂ ਸੁੱਟਣ ਲੱਗੇ ਸੀ, ਇੱਕ ਸਿੰਘ ਨੇ ਭੱਜ ਕੇ ਫੜ ਲਿਆ। ਆਖਿਆ ਇਹ ਦੁੱਧ ਚੁੰਗਦੀ ਨੂੰ ਛੱਡ ਦੇ ਸਿੰਘਾ। ਆਖਿਆ ਤੁਸੀਂ ਤੇ ਇੱਥੇ ਹੁਣ ਸ਼ਹੀਦੀ ਪਾਉਣੀ, ਇਹ ਮੈਨੂੰ ਦੇ ਦੇ ਆਪਣੀ ਨਿਸ਼ਾਨੀ, ਜੇ ਮੈਂ ਜਿਉਂਦਾ ਰਿਹਾ ਤੇ ਇਹ ਤੇਰੀ ਨਿਸ਼ਾਨੀ ਰਹਿ ਜਾਵੇਗੀ ਦੁਨੀਆ ਦੇ ਵਿੱਚ। ਉਹ ਕਹਿੰਦੇ ਵੀ ਉਸ ਭਾਈ ਮੋਹਰ ਸਿੰਘ ਦੀ ਧੀ ਹੁਣ ਵੀ ਵਿਦੇਸ਼ ਦੇ ਵਿੱਚ ਆ ਤੇ ਜਵਾਨ ਆ, ਤੇ ਅੱਗੇ ਉਹਦੇ ਬੱਚੇ ਵੀ। ਤੋ ਇਸ ਤਰੀਕੇ ਦੇ ਨਾਲ ਭਾਈ ਮੋਹਰ ਸਿੰਘ ਨੇ ਵੀ ਆਪਣੇ ਆਪ ਨੂੰ ਬੰਬ ਬੰਨ ਕੇ ਟੈਂਕ ਦੇ ਉੱਤੇ ਸੁੱਟਿਆ, ਉਹਦੇ ਘਰ ਵਾਲੀ ਵੀ, ਉਸ ਨੇ ਵੀ। ਫਿਰ ਟੈਂਕ ਜਿਹੜੇ ਲਿਆਂਦੇ ਗਏ, ਉਹ ਵੀ 5 ਟੈਂਕ ਜਿਹੜੇ ਸੀ ਉਹ ਸਿੰਘਾਂ ਨੇ ਉਸ ਮੌਕੇ ਦੇ ਉੱਤੇ ਜੋ ਐਸੇ ਹਥਿਆਰ ਸੀ 5, ਤਾਂ ਉਹਨਾਂ ਦੇ ਨਾਲ 5 ਟੈਂਕ ਵੀ ਸਿੰਘਾਂ ਨੇ ਉਡਾਏ। ਉਹ ਜਿਹੜੀਆਂ ਬਖਤਰਬੰਦ ਗੱਡੀਆਂ ਸੀ ਉਹ ਤਾਂ ਕਹਿੰਦੇ 60 ਫੁੱਟ ਉੱਚੀਆਂ ਉੱਡ ਕੇ ਡਿੱਗਦੀਆਂ ਸੀ ਉੱਥੇ। ਤਾਂ ਐਸੇ ਗੁਰੂ ਕੇ ਲਾਲਾਂ ਨੇ ਜੂਝ ਕਰਕੇ ਇਸ ਜ਼ਾਲਮ ਫੌਜ ਦਾ ਮੁਕਾਬਲਾ ਕੀਤਾ, ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੇ ਹੀ ਦੇਸ਼ ਦੇ ਵਿੱਚ, ਜਿਹਨੂੰ ਆਪਣਾ ਕਹਿੰਦੇ ਆ ਵੀ ਸ਼ਰਮ ਆਉਂਦੀ ਹੈ, ਤਾਂ ਇਹਨਾਂ ਨੇ ਇਹ 40 ਗੁਰਧਾਮਾਂ ਦੇ ਉੱਤੇ ਹਮਲਾ ਕੀਤਾ। 40 ਗੁਰਧਾਮਾਂ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ। ਤੇ ਅੱਜ ਦੇ ਦਿਨ ਜੂਝਦਿਆਂ ਹੋਇਆਂ ਸ੍ਰੀ ਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ
ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਜਰਨਲ ਸ਼ਵੇਗ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਔਰ ਇਸੇ ਤਰ੍ਹਾਂ ਬਾਬਾ ਠਾਰਾ ਸਿੰਘ ਜੀ, ਹੋਰ ਅਨੇਕਾਂ ਸਿੰਘ ਬੱਬਰਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਦਮਦਮੀ ਟਕਸਾਲ ਦੇ ਜਥੇ ਦੇ ਸਿੰਘਾਂ ਨੇ, ਅਨੇਕਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਤੇ ਹੋਰ ਕਿੰਨੀ ਸੰਗਤ ਜਿਹੜੀ ਦਰਸ਼ਨ ਕਰਨ ਵਾਸਤੇ ਆਈ ਸੀ, ਬਜ਼ੁਰਗ, ਬੱਚੇ, ਨੌਜਵਾਨ, ਮਾਈ ਭਾਈ ਸ਼ਹੀਦ ਹੋਏ। ਤੇ ਕਿੰਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਗੁਰਧਾਮਾਂ ਦੀ ਬੇਅਦਬੀ ਹੋਈ। ਇਹ ਘੱਲੂਘਾਰਾ ਜੂਨ 84 ਦੇ ਵਿੱਚ ਸਾਧ ਸੰਗਤ ਜੀ, ਇਹ ਜ਼ਾਲਮ ਸਰਕਾਰ ਨੇ ਇਹ ਐਡਾ ਵੱਡਾ ਪਾਪ ਕੀਤਾ ਜੋ ਬਾਣੀ ਦੇ ਵਿੱਚ ਬਚਨ ਹੈ, ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਹੈ ਤਾਂ ਬੁਰਾ, ਪਰ ਪਾਪੀਆਂ ਨੂੰ ਪਿਆਰਾ ਲੱਗਦਾ। ਪਰ ਉਹਨਾਂ ਨੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰਿਆ। ਅਕਿਰਤ ਘਣ ਲੋਕਾਂ ਨੇ, ਜਿਨ੍ਹਾਂ ਦੇ ਵਾਸਤੇ ਖਾਲਸੇ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਗੁਰੂ ਸਾਹਿਬਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਹ ਸਾਰੇ ਪਰਉਪਕਾਰਾਂ ਨੂੰ ਭੁਲਾ ਕਰਕੇ ਗੁਰੂ ਧਾਮਾਂ ਦੇ ਉੱਤੇ ਹਮਲਾ ਕੀਤਾ ਤੇ ਗਦਾਰਾਂ ਨੇ ਗਦਾਰੀਆਂ ਕੀਤੀਆਂ। ਤੇ ਗੁਰੂ ਕੇ ਲਾਲਾਂ ਨੇ ਜੂਝ ਕੇ ਜੂਝਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦੀ ਹੋਏ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਅੱਗੇ ਪਿੱਛੇ ਸੁਖ ਨਹੀਂ, ਮਰ ਜੰਮਹਿ ਵਾਰੋ ਵਾਰ। ਐਸੇ ਦੁਸ਼ਟਾਂ ਨੂੰ ਨਾ ਅੱਗੇ ਸੁਖ ਨਾ ਪਿੱਛੇ ਸੁਖ, ਤੇ ਵਾਰ-ਵਾਰ ਜੰਮਣਾ ਮਰਨਾ ਪੈਂਦਾ ਹੈ। ਅੱਜ ਸਾਧ ਸੰਗਤ ਜੀ, ਉਹਨਾਂ ਸੂਰਬੀਰ ਬਹਾਦਰਾਂ ਦਾ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਗੁਰਧਾਮਾਂ ਦੀ ਪਵਿੱਤਰਤਾ ਵਾਸਤੇ, ਹੱਕ ਸੱਚ ਵਾਸਤੇ ਜੂਝਦਿਆਂ ਹੋਇਆਂ 6 ਜੂਨ 1984 ਨੂੰ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਹ ਬੇਨਤੀ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।